ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ। ਗੁਰ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਭਾਸ ਨਾ ਭਰਿਆ ਰੇ। ਵਾਹ ਵਾਹ ਬਾਣੀ ਨਿਰੰਕਾਰ ਹੈ, ਤਿਸ ਜੇ ਵੱਡੇ ਅਵਰ ਨਾ ਕੋਏ। ਵਾਹ ਵਾਹ ਅਗਮ ਅਥਾਹੁ ਹੈ, ਵਾਹ ਵਾਹ ਸੱਚਾ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਪੰਜਵਾ। ਹਰਿ ਨਾਮ ਗੁਰੂ ਸਚ ਵੈਣ ਸੁਨਾਈ, ਜੋ ਤਉ ਕਰੇ ਉਦਾਹਰਨ। ਸੁੰਦਰ ਬਚਨ ਤੁਮ ਸੁਨਹੁ ਸ਼ਬੀਲੀ, ਕਰਤੈਟਾ ਮਨ ਸਾਧਾਰਨ। ਹਰਿ ਨਾਮ ਗੁਰੂ ਸਚ ਵੈਣ ਸੁਨਾਈ, ਜੋ ਤਉ ਕਰੇ ਉਦਾਹਰਨ। ਸੁੰਦਰ ਭਜਨ ਤੁਮ ਸੁਨਹੁ ਸ਼ਬੀਲੀ, ਕਰਤੈਟਾ ਮਨ ਸਾਧਾਰਨ। ਦੁਰਜਨ ਸੇਤੀ ਨਿਹੁ ਰਚਾਇ, ਦਸ ਵਿਖਾ ਮੈਂ ਕਾਰਨ। ਕੂਣੀ ਨਾਹੀ ਝੂਣੀ ਨਾਹੀ, ਨਾਹੀ ਕਿਸੈ ਵਿਹੂਣੀ। ਫਿਰ ਸ਼ੈਲ ਸ਼ਬੀਲਾ ਛਾਟ ਗਵਾਇ, ਦੁਰਮਤ ਕਰਮ ਵਿਹੂਣੀ। ਨਾਮ ਭੁੱਲੀ ਨਾਮ ਚੁੱਕੀ, ਨਾਮੈ ਨਾਹੀ ਦੋਸਾ। ਜਿਤ ਹਉ ਲਾਈ ਤਿਤ ਹਉ ਲਾਗੀ, ਤੂੰ ਸੁਣ ਸੱਚ ਸੰਦੇਸਾ। ਸਾਈ ਸੁਹਾਗਨ ਸਾਈ ਭਾਗਨ, ਜੈ ਕਰ ਕਿਰਪਾ ਧਾਰੀ। ਕਰਿ ਔਗਣ ਤਿਸ ਕੇ ਸਭ ਗਵਾਏ, ਗਲ ਸੇਤੀ ਲਾਏ ਸਵਾਰੀ। ਧਰਮਹੀਨ ਧਨ ਕਰੈ ਬਨੰਤੀ, ਤਦ ਨਾਨਕ ਆਵੈ ਵਾਰੀ। ਸਭ ਸੁਹਾਗਣ ਮਾਣ ਹਿਰਣੀਆਂ, ਇਕ ਤੇ ਬਹੁ ਰਾਤ ਮੁਰਾਰੀ। ਮਹੱਲਾ ਪੰਜਵਾ। ਕਾਹੇ ਮਨ ਤੂੰ ਡੋਲਤਾ, ਹਰ ਮਨਸਾ ਤੂੰ ਬਿਨਵਾਰ। ਸਤਿਗੁਰ ਪੁਰਖ ਧਿਆਏ ਤੂੰ, ਸਭ ਦੁਖ ਵਿਸਾਰਹਾਰ। ਹਰਿ ਨਾਮਾ ਆਰਾਧਨ, ਸਭ ਕਿਲ ਵਿਚ ਜਾਜੇ ਵਿਕਾਰ। ਜਿਨ ਕੋ ਗੁਰ ਬਲਿਆ, ਤਿਨ ਰੰਗ ਲਗਾ ਰੰਗਾਰ। ਪੁਨੀ ਛੜਿਆ ਮਾਇਆ ਸੁਆਵੜਾ, ਤਨ ਸੰਕਿਆ ਨਾਮ ਅਪਾਰ। ਅਠੇ ਪੈਰ ਕਤਲ, ਮਾਨੇ ਹੁਕਮ ਪਾਰ। ਜਨ ਨਾਨਕ ਮੰਗੈ ਦਾਨ ਕਿਤ, ਇਹੋ ਦਰਸ ਮਨ ਪਿਆਰ। ਪੌੜੀ ਜੇ ਤੂੰ ਆਵੇਂ ਕਿਤ, ਤਿਸਨੂੰ ਸਦਾ ਸੁਖ। ਜਿਸ ਤੂੰ ਆਵੇਂ ਕਿਤ, ਇਸ ਜਮ ਨਾਹੀ ਦੁਖ। ਜਿਸ ਤੂੰ ਆਵੇਂ ਕਿਤ, ਤਿਸ ਕੇ ਕਾੜਿਆ
ਸਭ ਕਾਜ ਸਵਾਰਿਆ। ਜੇ ਤੂੰ ਆਵੈ ਚਿਤ ਸੋ ਪਰਵਾਨ ਜਨ। ਜੇ ਤੂੰ ਆਵੈ ਚਿਤ ਬਹੁਤ ਤਿਸ ਧਨ। ਜੇ ਤੂੰ ਆਵੈ ਚਿਤ ਸੋ ਵਡ ਪਰਵਾਰਿਆ। ਜੇ ਤੂੰ ਆਵੈ ਚਿਤ ਤਿਨ ਬੁੱਲ ਉਧਾਰਿਆ। ਜੇ ਤੂੰ ਆਵੈ ਚਿਤ ਸੋ ਵਡ ਪਰਵਾਰਿਆ। ਜੇ ਤੂੰ ਆਵੈ ਚਿਤ ਤਿਨ ਬੁੱਲ ਉਧਾਰਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਾ ਹਰ ਜਹੂਰ ਹਾਜ਼ਰ ਹਜੂਰ ਸਰਬ ਕਲਾ ਭਰਪੂਰ। ਭਗਤ ਪਾਵਨ ਭਗਤ ਵਸ਼ਲ ਅੰਤਰਜਾਮੀ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਅਪਰ ਅਪਾਰ ਕਿਰਪਾਲਤਾ ਦਇਆਲਤਾ ਦਾ ਸਦਕਾ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜਾ ਹਰ ਪੀਰ ਜਗਤ ਗੁਰ ਬਾਬਾ ਰੋਮ ਰੋਮ ਕੋਟ ਬ੍ਰਹਮਾਂਡ ਕੋ ਨਿਵਾਸ ਜਾਸ ਮਾਨਸ ਅਵਤਾਰ ਧਾਰ ਦਰਸ ਦਿਖਾਏ ਹਨ। ਐਸੇ ਸਤਿਗੁਰਾਂ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਦਰਬਾਰ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਦੇ ਸਜੇ ਹੋਏ ਸੁੰਦਰ ਦੀਵਾਨ ਦੀ ਹਾਜ਼ਰੀ ਭਰ ਰਹੀ ਗੁਰੂ ਕੀ ਸਾਜੀ ਨਵਾਜੀ ਹੋਈ ਸਾਧ ਸੰਗਤ ਜੀਓ, ਮਹਾਰਾਜ ਸਾਹਿਬ ਜੀ ਨੇ ਕਿਰਪਾ ਕੀਤੀ ਹੈ ਆਪਣੇ ਅੰਮ੍ਰਿਤਮਈ ਦਰਸ਼ਨ ਬਖਸ਼ਿਸ਼ ਕੀਤੇ। ਸਤ ਸੰਗਤ ਦਾ ਅਮੋਲਕ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਲੜੀਵਾਰ ਰੂਪ ਵਿੱਚ ਰਾਮ ਕਲੀ ਰਾਗ ਦੀ ਦੂਸਰੀ ਵਾਰ ਦੁਆਰਾ ਸਤਿਗੁਰੂ ਪੰਚਮ ਪਾਤਸ਼ਾਹ ਮਹਾਰਾਜ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਔਰ ਅੱਜ ਦਾ ਜੋ ਪਾਵਨ ਉਪਦੇਸ਼ ਸਤਿਗੁਰੂ ਜੀ ਕਿਰਪਾ ਕਰ ਰਹੇ ਹਨ 959 ਅੰਗ ਤੋਂ ਇਹ ਪਾਵਨ ਸ਼ਲੋਕ ਆਰੰਭ ਹੁੰਦੇ ਹਨ। 960 ਅੰਗ ਤੇ ਇਹ 6ਵੀਂ ਪੌੜੀ ਸੰਪੂਰਨ ਹੁੰਦੀ ਹੈ। 6ਵੀਂ ਪੌੜੀ ਤੋਂ ਪਹਿਲਾਂ ਮਹਾਰਾਜ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਪਾਵਨ ਸ਼ਲੋਕ ਹਨ। ਇਸ ਵਾਰ ਦੇ ਅੰਦਰ ਸਤਿਗੁਰੂ ਜੀ ਨੇ 22 ਪੌੜੀਆਂ ਉਚਾਰਨ ਕੀਤੀਆਂ ਹਨ। ਜਿਵੇਂ ਰਾਮ ਕਲੀ ਰਾਗ ਦੀ ਪਹਿਲੀ ਵਾਰ ਜੋ ਹੈ ਉਸ ਦੀਆਂ 21 ਪੌੜੀਆਂ ਆਈਆਂ ਹਨ ਔਰ ਇਹ ਦੂਸਰੀ ਵਾਰ ਦੀਆਂ 22 ਪੌੜੀਆਂ ਹਨ ਸ਼ਲੋਕਾਂ ਸਹਿਤ। ਅੱਜ ਦਾ ਮਹਾਰਾਜ ਉਪਦੇਸ਼ 6ਵੀਂ ਪੌੜੀ ਸ਼ਲੋਕਾਂ ਦੇ ਸਹਿਤ ਬਖਸ਼ਿਸ਼ ਕਰ ਰਹੇ ਹਨ। ਔਰ ਪਹਿਲੇ ਸ਼ਲੋਕ ਦੇ ਅੰਦਰ ਸਤਿਗੁਰੂ ਜੀ ਦੋਵਾਂ ਸਖੀਆਂ ਦਾ ਜੋ ਆਪਸ ਦੇ ਵਿੱਚ ਸੰਵਾਦ ਹੈ ਉਸ ਰਾਹੀਂ ਉਪਦੇਸ਼ ਬਖਸ਼ਿਸ਼ ਕਰਦੇ ਹਨ। ਇੱਕ ਉੱਤਮ ਸਖੀ, ਦੂਸਰੀ ਮੱਧਮ ਸਖੀ। ਸੋ ਜਿਵੇਂ ਸੰਸਾਰੀ ਤੌਰ ਤੇ ਵੀ ਇੱਕ ਦੂਸਰੇ ਦੇ ਨਾਲ ਗੱਲ ਸਾਂਝੀ ਕੀਤੀ ਜਾਂਦੀ ਹੈ। ਇੱਕ ਮਿੱਤਰ ਆਪਣੇ ਦੂਸਰੇ ਮਿੱਤਰ ਦੇ ਨਾਲ ਗੱਲਬਾਤ ਕਰਦਾ ਹੈ। ਇੱਕ ਸਖੀ ਆਪਣੀ ਦੂਸਰੀ ਸਖੀ ਸਹੇਲੀ ਦੇ ਨਾਲ ਗੱਲਬਾਤ ਸਾਂਝੀ ਕਰਦੀ ਹੈ। ਸੰਸਾਰ ਦੇ ਵਿੱਚ ਜੋ ਇਹ ਵਾਰਤਾਲਾਪ ਹੈ, ਜੋ ਸੰਵਾਦ ਹੈ, ਉਹ ਵੀ ਕੀਤਾ ਜਾਂਦਾ ਹੈ।
ਔਰ ਇਸੇ ਤਰ੍ਹਾਂ ਇਹ ਪਰਮਾਰਥ ਦੇ ਵਿੱਚ ਵੀ ਉੱਤਮ ਸਖੀ ਤੋਂ ਭਾਵ ਹੈ ਜੋ ਗੁਰਸਿੱਖ ਮਹਾਤਮਾ, ਤੇ ਮੱਧਮ ਸਖੀ ਤੋਂ ਭਾਵ ਹੈ ਜੋ ਜਗਿਆਸੂ ਹਾਲੇ ਤੁਰਿਆ ਹੀ ਹੈ ਇਸ ਪਾਸੇ ਨੂੰ। ਤੋ ਮਹਾਰਾਜ ਸਾਹਿਬ ਜੀ ਨੇ ਅੰਮ੍ਰਿਤ ਬਾਣੀ ਦੇ ਅੰਦਰ ਐਸੇ ਅਨੇਕਾਂ ਅਲੰਕਾਰਾਂ ਦੁਆਰਾ ਉਪਦੇਸ਼ ਬਖਸ਼ਿਆ। ਕਿਤੇ ਪਤੀ ਪਤਨੀ ਦੇ ਅਲੰਕਾਰ ਦੁਆਰਾ, ਕਿਤੇ ਮਾਤਾ ਪਿਤਾ ਪੁੱਤਰ ਦੇ ਅਲੰਕਾਰ ਦੁਆਰਾ, ਕਿਤੇ ਸੱਜਣ ਮਿੱਤਰ ਦੋਸਤ ਦੇ ਅਲੰਕਾਰ ਦੁਆਰਾ। ਤੋ ਅੱਜ ਜੋ ਮਹਾਰਾਜ ਸਾਹਿਬ ਜੀ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ, ਦੋ ਸਖੀਆਂ, ਜਾਂ ਇਸ ਤਰ੍ਹਾਂ ਕਹਿ ਸਕਦੇ ਹਾਂ ਸੰਸਾਰੀ ਤੌਰ ਤੇ ਸਮਝਣ ਵਾਸਤੇ ਕਿ ਦੋ ਉਹ ਸਹੇਲੀਆਂ ਜਿਨ੍ਹਾਂ ਦਾ ਆਨੰਦ ਕਾਰਜ ਹੋ ਚੁੱਕਾ ਹੈ, ਵਿਆਹ ਹੋ ਚੁੱਕਾ ਹੈ, ਤੇ ਜੋ ਜਿਸ ਦਾ ਪਹਿਲਾਂ ਆਨੰਦ ਕਾਰਜ ਹੋਇਆ ਹੈ ਉਹ ਦੂਸਰੀ ਆਪਣੀ ਸਹੇਲੀ ਨੂੰ ਉੱਤਮ ਉਪਦੇਸ਼ ਬਖਸ਼ਿਸ਼ ਕਰਦੀ ਹੈ। ਇੱਥੇ ਗੁਰਬਾਣੀ ਦੇ ਅੰਦਰ ਵੀ ਇਹ ਵਿਆਹ ਦੇ ਪ੍ਰਕਰਨ ਦੁਆਰਾ ਵੀ ਉਪਦੇਸ਼ ਮਹਾਰਾਜ ਸਾਹਿਬ ਜੀ ਨੇ ਬਖਸ਼ਿਆ। ਪਤੀ ਦੀ ਸੇਵਾ, ਪਤੀ ਦੀ ਖੁਸ਼ੀ, ਪਤੀ ਦੀ ਆਗਿਆ। ਤਾਂ ਇੱਥੇ ਮਹਾਰਾਜ ਸਾਹਿਬ ਜੀ ਨੇ ਆਖਿਆ ਹੈ ਕਿ ਪਤੀ ਪਰਮਾਤਮਾ ਹੈ। ਪਰਮਾਤਮਾ ਪਤੀ ਦੀ ਸੇਵਾ, ਪਰਮਾਤਮਾ ਪਤੀ ਦੀ ਖੁਸ਼ੀ ਕਿਵੇਂ ਪ੍ਰਾਪਤ ਹੋਵੇ, ਪਰਮਾਤਮਾ ਪਤੀ ਦੀ ਆਗਿਆ ਨੂੰ ਕਿਵੇਂ ਮੰਨਿਆ ਜਾਵੇ। ਉਹ ਜਿਸ ਦਾ ਪਹਿਲਾ ਮਿਲਾਪ ਹੋਇਆ ਹੈ ਪਰਮਾਤਮਾ ਪਤੀ ਦੇ ਨਾਲ, ਉਹ ਉੱਤਮ ਸਖੀ, ਮੱਧਮ ਸਖੀ ਨੂੰ ਦੱਸਦੀ ਹੈ। ਤੋ ਇਸ ਤਰੀਕੇ ਦੇ ਨਾਲ ਇਹ ਦੋਵਾਂ ਸਖੀਆਂ ਦਾ, ਦੋਵਾਂ ਸਹੇਲੀਆਂ ਦਾ, ਜਾਂ ਦੋਵਾਂ ਗੁਰਸਿੱਖਾਂ ਦਾ, ਦੋਵਾਂ ਮਹਾਂਪੁਰਖਾਂ ਦਾ ਆਪਸ ਦੇ ਵਿੱਚ ਮੇਲ ਮਿਲਾਪ ਜਿਵੇਂ ਹੈ, ਗੱਲਬਾਤ ਹੈ, ਉਹਦੇ ਅਨੁਸਾਰ ਸਤਿਗੁਰੂ ਜੀ ਉਪਦੇਸ਼ ਬਖਸ਼ਿਸ਼ ਕਰਦੇ ਹਨ। ਸ਼ਰਧਾ ਭਾਵਨਾ ਸਹਿਤ ਸਰਵਣ ਕਰੀਏ। ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਰੂਪ ਮਹੱਲਾ ਪੰਜਵਾਂ। ਪੰਚਮ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਆਪਣੀ ਪਵਿੱਤਰ ਰਸਨਾ ਤੋਂ ਸ਼ਲੋਕ ਉਚਾਰਨ ਕਰਦੇ ਹਨ। ਹਰ ਨਾਮ ਤੂੰ ਸਚ ਹੈ ਸੁਨਾਈ। ਉੱਤਮ ਸਖੀ ਮੱਧਮ ਸਖੀ ਨੂੰ ਕਹਿੰਦੀ ਹੈ ਹਰਨ ਆਖੀ ਕਿ ਤੇਰੀਆਂ ਅੱਖਾਂ ਐਸੀਆਂ ਸੁੰਦਰ ਹਨ ਜਿਵੇਂ ਹਿਰਨ ਦੀਆਂ ਅੱਖਾਂ ਸੁੰਦਰ ਹਨ। ਹਰਨ ਆਖੀ, ਹਿਰਨ ਵਾਲੀਆਂ ਅੱਖਾਂ ਵਾਲੀਏ। ਕਿਉਂਕਿ ਸੰਸਾਰ ਦੇ ਵਿੱਚ ਜਦੋਂ ਅੱਖਾਂ ਦੀ ਸੁੰਦਰਤਾ ਦੀ ਗੱਲ ਆਉਂਦੀ ਹੈ ਤੇ ਸਾਰੇ ਜੀਵਾਂ ਜੰਤੂਆਂ ਦੇ ਵਿੱਚੋਂ ਸਭ ਤੋਂ ਚੰਚਲ, ਸਭ ਤੋਂ ਸੁੰਦਰ ਮਿਰਗ ਦੀਆਂ ਅੱਖਾਂ ਮੰਨੀਆਂ ਗਈਆਂ, ਹਿਰਨ ਦੀਆਂ ਅੱਖਾਂ ਮੰਨੀਆਂ ਗਈਆਂ। ਤੇ ਹਿਰਨ ਦੇ ਬੱਚੇ ਦੀਆਂ ਉਹਦੇ ਨਾਲੋਂ ਵੀ ਤੇਜ਼ ਚੰਚਲ ਜਿਹੜੀਆਂ ਅੱਖਾਂ ਉਹ ਮੰਨੀਆਂ ਗਈਆਂ। ਜਦੋਂ ਚਾਲ ਦੀ ਗੱਲ ਆਉਂਦੀ ਹੈ, ਤੁਰਨ ਦੀ ਗੱਲ, ਚਾਲ ਹਾਥੀ ਦੀ ਮਸਤ ਮੰਨੀ ਗਈ ਹੈ। ਤੇ ਹਾਥੀ ਦੇ ਬੱਚੇ ਦਾ ਵੀ ਜ਼ਿਕਰ ਆਉਂਦਾ ਹੈ ਕਿ ਉਹਦੀ ਹੋਰ ਮਸਤ ਚਾਲ ਹੈ। ਇਸ ਕਰਕੇ ਜਦੋਂ ਅੱਖਾਂ ਦਾ ਜ਼ਿਕਰ ਆਉਂਦਾ ਹੈ, ਅੱਖਾਂ ਦੀ ਸੁੰਦਰਤਾ ਦਾ, ਤਾਂ ਉੱਥੇ ਹਿਰਨ ਦਾ ਜ਼ਿਕਰ ਆਉਂਦਾ ਹੈ। ਕਰਤਾਰ ਨੇ ਆਪਣੀ ਕਲਾਕ੍ਰਿਤੀ ਦੇ ਨਾਲ ਕੁਦਰਤੀ ਤੌਰ ਤੇ ਮਿਰਗ ਦੀਆਂ ਅੱਖਾਂ ਦੇ ਵਿੱਚ ਸੁਰਮਾ ਪਿਆ ਹੋਇਆ, ਉਹਦੀਆਂ ਅੱਖਾਂ ਦੇ ਵਿੱਚ ਕੁਦਰਤੀ ਤੌਰ ਦੇ ਉੱਤੇ ਹੀ ਕੱਜਲ ਪਿਆ ਹੋਇਆ। ਉਹ ਕੱਜਲ ਦੀ ਧਾਰੀ ਅੱਖਾਂ ਵਿੱਚ ਪਈ ਹੋਈ ਹੈ। ਹਿਰਨ ਦੀਆਂ ਅੱਖਾਂ ਬਹੁਤ ਸੋਹਣੀਆਂ। ਹਰਨ ਆਖੀ, ਹਿਰਨ ਵਰਗੀਆਂ ਅੱਖਾਂ ਵਾਲੀਏ।
ਭਾਵ ਸੁੰਦਰ ਅੱਖਾਂ ਵਾਲੀਏ। ਹਰਨ ਆਖੀ ਕੋ ਸੱਚ ਵੈਣ ਸੁਣਾਈ। ਸੁੰਦਰ ਅੱਖਾਂ ਵਾਲੀਏ ਤੈਨੂੰ ਮੈਂ ਸੱਚਾ ਵੈਣ, ਵੈਣ ਨਾਮ ਹੈ ਬਚਨ ਦਾ। ਸੱਚਾ ਜਿਹੜਾ ਬਚਨ ਹੈ, ਸੱਚਾਈ ਵਾਲਾ ਬੋਲ ਹੈ, ਸੱਚੀ ਸਿੱਖਿਆ ਵਾਲਾ ਬਚਨ ਹੈ, ਉਹ ਮੈਂ ਸੁਣਾਉਂਦੀ ਹਾਂ। ਉੱਤਮ ਮੱਧਮ, ਉੱਤਮ ਸਖੀ ਕਹਿੰਦੀ ਹੈ ਮੱਧਮ ਸਖੀ ਨੂੰ ਕਿ ਜੋ ਸੱਚਾ ਬਚਨ ਹੈ ਨਾ, ਸੱਚ ਦੀ ਪ੍ਰਾਪਤੀ ਵਾਲਾ, ਉਹ ਮੈਂ ਤੈਨੂੰ ਸੁਣਾਉਂਦੀ ਹਾਂ। ਇਹ ਸੁੰਦਰ ਅੱਖਾਂ ਵਾਲੀਏ ਤੂੰ ਮੇਰਾ ਇਹ ਸੱਚਾ ਉਪਦੇਸ਼ ਰੂਪੀ ਬਚਨ ਸੁਣਨਾ ਕਰ। ਹਰਨ ਆਖੀ ਕੋ ਸੱਚ ਵੈਣ ਸੁਣਾਈ। ਇਹ ਸੁੰਦਰ ਅੱਖਾਂ ਵਾਲੀਏ, ਸੁੰਦਰ ਅੱਖਾਂ ਇੱਕ ਬਾਹਰ ਹਨ, ਇੱਕ ਅੰਦਰ ਹਨ। ਇੱਥੇ ਅੰਤਰੀਵੀ ਭਾਵ ਦੇ ਵਿੱਚ ਇਹ ਹੈ, ਇਹ ਸੁਰਤੀ ਤੇ ਸਿਮਰਤੀ ਰੂਪੀ ਸੁੰਦਰ ਅੱਖਾਂ ਵਾਲੀ ਜੀਵ ਰੂਪ ਇਸਤਰੀਏ, ਸੱਚਾ ਬਚਨ ਜੋ ਹੈ ਉਹ ਮੈਂ ਤੈਨੂੰ ਸੁਣਾਉਂਦੀ ਹਾਂ ਤੇ ਤੂੰ ਆਪਣੀ ਸੁਰਤੀ ਸਿਮਰਤੀ ਦੇ ਦੁਆਰਾ ਇਹ ਸੱਚਾ ਜੋ ਬਚਨ ਹੈ ਸ਼ਰਧਾ ਵਿਸ਼ਵਾਸ ਦੇ ਨਾਲ ਸੁਣਨਾ ਕਰ। ਔਰ ਇਹ ਜੋ ਬਚਨ ਹੈ ਨਾ, ਇਹ ਸੱਚਾ ਬਚਨ, ਇਹ ਤੇਰਾ ਉਧਾਰ ਕਰਨ ਵਾਲਾ ਹੈ। ਜੋ ਇਹ ਸੱਚਾ ਬਚਨ ਹੈ ਤੋ ਤੇਰਾ ਕਰੇ ਉਧਾਰਨ, ਇਹ ਤੇਰਾ ਉਧਾਰ ਕਰੇਗਾ, ਇਹ ਤੇਰਾ ਭਲਾ ਕਰੇਗਾ, ਤੇਰੀ ਕਲਿਆਣ ਕਰੇਗਾ। ਇਸ ਕਰਕੇ ਸੁਰਤੀ ਤੇ ਸਿਮਰਤੀ ਰੂਪੀ ਅੱਖਾਂ ਵਾਲੀਏ ਤੂੰ ਇਹ ਸੱਚਾ ਬਚਨ ਮੇਰਾ ਸੁਣਨਾ ਕਰ। ਸੁੰਦਰ ਬਚਨ ਤੁਮ ਸੁਨੋ ਸਕੀਲੀ। ਤੂੰ ਬਹੁਤ ਸੁੰਦਰ ਹੈ, ਪਰ ਇਹ ਜਿਹੜਾ ਬਚਨ ਹੈ ਇਹ ਤੇਰੀ ਸੁੰਦਰਤਾ ਨੂੰ ਸਫਲ ਕਰਨ ਵਾਲਾ, ਇਹ ਬਚਨ ਵੀ ਸੁੰਦਰ ਹੈ। ਸੁੰਦਰ ਬਚਨ ਤੁਮ ਸੁਣੋ ਸ਼ਬੀਲੀ। हे छैल शबीले, हे सुंदर इस्त्रीए, हे सुंदर हिरदे दी सफाई वालिए जीव रूप इस्त्रीए, ये सोहना बचन तू सुनना कर सिखिया दा। क्योंकि इन्हां बचनां दे नाल तेरा पति दे नाल प्रेम वधेगा। जीव रूप इस्त्रीए, परमात्मा पति दे नाल तेरा प्रेम वधन वाला ये बचन है, ये मिलाप होने वाला बचन है। फिर तैंडा जो तेरा पति है ना, वो तेरे मन नू सहज आसरे दे करन वाला है। तैनू इस गल दा पता है कि नहीं पता है? जो तेरा पति है वो तेरा सुधार करेगा, तैनू सुधारेगा और तैनू आसरा देण वाला है। तेरे मन दा आसरा है, तेरी जिंद जान दा आसरा तेरा परमात्मा पति है। ते तू तां अपने पति नू त्याग करके खोटे पुरुषां दे नाल ही नेह रचाया होया। तू अपना अंदर दा प्रेम खोटे पुरुषां दे नाल लाया होया है। अपने पति दे नाल तू प्रेम नहीं करदी है, अपने पति दा तू त्याग कीता होया है। उत्तम सखी मध्यम सखी नू कहंदी है, हे जीव रूप इस्त्रीए, तू दुर्जन सेती, दुर्जन किहड़े आ? वकार। खोटे पुरुष किहड़े हन? काम, क्रोध, लोभ, मोह, हंकार, झूठ, निंदिया, चुगली, ईर्खा, वकीली। इन्हां वकारां रूपी दुर्जनां दे नाल तू नेहो रचाया होया है। ते पति परमात्मा जो तेरे मन नू आसरा देण वाला, तेरी जिंद जान दा आसरा रूप है, उसदा तू प्रेम त्यागया होया है। मैनू दसदा सही सखीए सहेलीए, मवी तां वेखां इहदे विच कारण की है? तू अपने पति दा प्रेम क्यों छड्डिया ते खोटे पुरुषां नाल प्रेम क्यों रचाया? इहदे विच कारण की है? मैनू दस। तू प्रभु पति दा प्रेम क्यों त्यागया? तू वकारा उगना पापां दे नाल प्रेम क्यों रचाया? ये की कारण है? दस, विखा तां सही मैनू, मवी तां वेखां इहदे विच की कारण है, इहदे विच की सबब है। क्योंकि तू ऊणी भी किसी गल्लों नहीं है, तेरे विच ऊणताई भी कोई नहीं है, तू किसी गल्लों घट भी नहीं है।
ਝੂਣੀ ਨਾਹੀਂ, ਨਾ ਹੀ ਤੂੰ ਨਿੰਮੋ ਝੂਣੀ ਹੈ, ਕਿਉਂਕਿ ਤੇਰਾ ਪਤੀ ਤੈਨੂੰ ਸਭ ਕੁਝ ਦੇਣ ਵਾਲਾ ਹੈ, ਸਾਰੀਆਂ ਖੁਸ਼ੀਆਂ ਦੇਣ ਵਾਲਾ ਹੈ, ਹਰ ਤਰ੍ਹਾਂ ਕਰਕੇ ਤੈਨੂੰ ਪ੍ਰੇਮ ਪਿਆਰ ਦੇਣ ਵਾਲਾ ਹੈ। ਤੈਨੂੰ ਤੇਰੇ ਪਤੀ ਨੇ ਤਿਆਗਿਆ ਹੋਇਆ ਵੀ ਨਹੀਂ ਹੈ, ਤੇਰੇ ਪਤੀ ਨੇ ਤੈਨੂੰ ਕਿਸੇ ਪ੍ਰਕਾਰ ਦੇ ਨਾਲ ਉਦਾਸ ਵੀ ਨਹੀਂ ਕੀਤਾ ਹੈ, ਫਿਰ ਤੂੰ ਨਿੰਮੋ ਝੂਣੀ ਵੀ ਨਹੀਂ ਹੈ ਤੇ ਨਾ ਹੀ ਕਿਸੇ ਅੰਗ ਤੋਂ ਤੂੰ ਵਿਹੂਣੀ ਖਾਲੀ ਹੈ, ਵਾਂਝੀ ਹੈ। ਤੇਰੇ ਅੰਗ ਵੀ ਸਾਰੇ ਜਿਹੜੇ ਉਹ ਸੰਪੂਰਨ ਹਨ, ਭਾਵ ਤੋਂ ਸੋ ਸ਼ੁਭ ਕਰਮ ਕਰਨ ਰੂਪੀ ਜਿਹੜੇ ਅੰਗ ਹਨ ਉਹ ਵੀ ਤੂੰ ਸਾਰੇ ਧਾਰਨ ਕੀਤੇ ਹੋਏ ਹਨ। ਸੋ ਧਰਮ ਦਾ ਉਪਦੇਸ਼ ਵੀ ਜਿਹੜਾ ਤੂੰ ਧਾਰਨ ਕੀਤਾ ਹੋਇਆ, ਕਿਸੇ ਗੱਲੋਂ ਤੂੰ ਵਿਹੂਣੀ ਖਾਲੀ ਵੀ ਨਹੀਂ ਹੈ। ਵੇਦਾਂ ਸ਼ਾਸਤਰਾਂ ਨੂੰ ਵੀ ਤੂੰ ਪੜ੍ਹੀ ਹੋਈ ਹੈ ਜੀਵ ਰੂਪ ਇਸਤਰੀਏ। ਜਦੋਂ ਇਹ ਸਾਰਾ ਕੁਝ ਤੇਰੇ ਪਾਸ ਹੈ ਤੇ ਫਿਰ ਕਿਉਂ ਤੂੰ ਆਪਣਾ ਨੌਜਵਾਨ ਪਤੀ, ਸ਼ੈਲ ਸ਼ਬੀਲਾ, ਸੋਹਣੀ ਛੱਬ ਵਾਲਾ, ਸੁੰਦਰਤਾ ਸਰੂਪ ਸੋਹਣੇ ਵਾਲਾ, ਉਸ ਪਤੀ ਨੂੰ ਕਿਉਂ ਛੱਡ ਕੇ ਆਪਣਾ ਆਪ ਤੂੰ ਗਵਾ ਦਿੱਤਾ ਹੈ? ਆਪਣਾ ਇਹ ਜਵਾਨੀ ਦਾ ਸਮਾਂ ਕਿਉਂ ਤੂੰ ਬਰਬਾਦ ਕਰ ਦਿੱਤਾ ਹੈ? ਆਪਣੇ ਸ਼ੈਲ ਸ਼ਬੀਲੇ ਪਤੀ ਨੂੰ ਛੱਡ ਕਰਕੇ, ਸੋਹਣੇ ਨੌਜਵਾਨ ਪਤੀ ਨੂੰ ਛੱਡ ਕਰਕੇ। ਇਹ ਜੀਵ ਰੂਪ ਇਸਤਰੀਏ, ਜੋ ਸ਼ੈਲ ਸ਼ਬੀਲਾ, ਬਾਂਕਾ, ਸੁੰਦਰ, ਜਵਾਨ, ਜੋ ਪ੍ਰਮਾਤਮਾ ਪਤੀ ਹੈ, ਜਿਹੜਾ ਹਮੇਸ਼ਾ ਹੀ ਜਵਾਨ ਰਹਿੰਦਾ, ਜਿਹਦੇ ਤੇ ਕਦੇ ਢਲਦੀ ਜਵਾਨੀ ਆਉਂਦੀ ਨਹੀਂ, ਉਹ ਪ੍ਰਮਾਤਮਾ ਪਤੀ ਹੈ। ਬਾਕੀ ਸਾਰੇ ਪਤੀ ਜਿਹੜੇ ਉਹ ਬੁੱਢੇ ਹੋ ਜਾਂਦੇ ਆ, ਪਰ ਇੱਕੋ ਇੱਕ ਪ੍ਰਮਾਤਮਾ ਪਤੀ ਹੈ ਜਿਹੜਾ ਕਦੀ ਬੁੱਢਾ ਨਹੀਂ ਹੁੰਦਾ, ਜੋ ਕਦੀ ਬਜ਼ੁਰਗ ਨਹੀਂ ਹੁੰਦਾ। ਸੱਚ ਪਰਮੇਸ਼ਰ ਨਿਤ ਨਵਾਂ, ਜੋ ਸਦਾ ਹੀ ਸੱਚਾ ਹੈ, ਉਹ ਸ਼ੈਲ ਸ਼ਬੀਲਾ, ਉਹ ਪ੍ਰਮਾਤਮਾ ਪਤੀ ਹੈ। ਜੀਵ ਰੂਪ ਇਸਤਰੀਏ, ਤੂੰ ਨੌਜਵਾਨ ਸੁੰਦਰ ਸ਼ੈਲ ਸ਼ਬੀਲੇ ਪਤੀ ਨੂੰ ਛੱਡ ਦਿੱਤਾ, ਭਾਵ ਉਹਦਾ ਸਿਮਰਨ ਤਿਆਗ ਦਿੱਤਾ, ਉਹਦੀ ਯਾਦ ਛੱਡ ਦਿੱਤੀ, ਤੇ ਛੱਡ ਕਰਕੇ ਆਪਣਾ ਮਨੁੱਖਾ ਜਨਮ ਰੂਪੀ ਜਿਹੜਾ ਸਮਾਂ ਹੈ ਇਹ ਗਵਾ ਦਿੱਤਾ ਹੈ। ਤੂੰ ਜੋਬਨ ਦਾ ਸਮਾਂ, ਇਹ ਮਨੁੱਖਾ ਜਨਮ ਰੂਪੀ ਜਵਾਨੀ ਦਾ ਸਮਾਂ ਤੂੰ ਆਪਣਾ ਗਵਾ ਦਿੱਤਾ ਹੈ। ਪਰਮਾਤਮਾ ਪਤੀ ਦੀ ਯਾਦ ਵਿਸਾਰ ਦਿੱਤੀ ਹੈ ਤੂੰ ਜੀਵ ਰੂਪ ਇਸਤਰੀਏ, ਕਿਉਂਕਿ ਤੂੰ ਦੁਰਮਤ ਨੂੰ ਧਾਰਨ ਕਰ ਲਿਆ। ਦੁਰੇ ਦੁਰੇ ਕਰਾਉਣ ਵਾਲੀ ਜਿਹੜੀ ਖੋਟੀ ਮੱਤ ਹੈ ਉਸ ਨੂੰ ਧਾਰਨ ਕੀਤਾ ਹੋਇਆ। ਇਸ ਕਰਕੇ ਤੂੰ ਕਰਮਾਂ ਤੋਂ ਵਿਹੂਣੀ ਹੈ, ਵਿਸ਼ੁੰਨੀ ਹੈ, ਖਾਲੀ ਹੈ। ਤੇਰੇ ਪੱਲੇ ਵਿੱਚ ਚੰਗੇ ਕਰਮ ਨਹੀਂ ਹਨ, ਸ਼ੁਭ ਕਰਮ ਨਹੀਂ ਹਨ, ਤੇਰੇ ਪਾਸ ਚੰਗੇ ਭਾਗ ਨਹੀਂ ਹਨ। ਤੂੰ ਚੰਗੇ ਭਾਗਾਂ ਤੋਂ, ਸ੍ਰੇਸ਼ਟ ਕਰਮਾਂ ਤੋਂ ਵਿਹੂਣੀ ਹੋਣੇ ਕਰਕੇ, ਖਾਲੀ ਹੋਣੇ ਕਰਕੇ, ਦੁਰਮਤ ਵਿੱਚ ਲੱਗਣੇ ਕਰਕੇ, ਖੋਟੀ ਮੱਤ ਨੂੰ ਧਾਰਨ ਕਰਕੇ ਤੂੰ ਆਪਣੇ ਸ਼ੈਲ ਸ਼ਬੀਲੇ ਪਤੀ ਨੂੰ ਛੱਡ ਦਿੱਤਾ ਹੈ, ਸੋਹਣੇ ਤੇ ਜਵਾਨ ਪਤੀ ਨੂੰ ਛੱਡ ਦਿੱਤਾ ਹੈ। ਪਰਮਾਤਮਾ ਪਤੀ ਨੂੰ ਜੋ ਸਦਾ ਹੀ ਨਵਾਂ ਰਹਿੰਦਾ ਹੈ, ਸੱਚ ਪਰਮੇਸ਼ਰ ਨਿਤ ਨਵਾਂ, ਐਸੇ ਪਤੀ ਪਰਮਾਤਮਾ ਨੂੰ ਜੀਵ ਰੂਪ ਇਸਤਰੀਏ ਤੂੰ ਤਿਆਗ ਦਿੱਤਾ ਹੈ। ਜਦੋਂ ਇੰਨੀ ਗੱਲ ਕੀਤੀ ਨਾ ਉੱਤਮ ਸਖੀ ਨੇ, ਮਹਾਤਮਾ ਸਖੀ ਨੇ, ਫਿਰ ਜਗਿਆਸੂ ਜੋ ਮੱਧਮ ਸਖੀ ਹੈ ਉਸਨੇ ਬੇਨਤੀ ਕੀਤੀ, ਆਪਣੀ ਹਾਲਤ ਦੱਸੀ। ਉਹਨੇ ਆਖਿਆ, ਭੈਣੇ ਮੈਂ ਨਹੀਂ ਤਿਆਗਿਆ ਪਤੀ ਨੂੰ, ਨਾ ਮੈਂ ਭੁੱਲੀ ਹਾਂ ਤੇ ਨਾ ਮੈਂ ਚੁੱਕੀ ਹੈ, ਨਾ ਮੈਂ ਭੁੱਲ ਕੀਤੀ ਹੈ, ਨਾ ਕੋਈ ਮੈਂ ਉਕਾਈ ਕੀਤੀ ਹੈ। ਮੈਂ ਨਹੀਂ ਭੁੱਲੀ ਹਾਂ, ਨਾ ਹੋ ਭੁੱਲੀ। ਇਹ ਰਸਨਾ ਤੋਂ ਜਿਹੜੇ ਬੋਲਣ ਵਾਲੇ ਬੋਲ ਹਨ, ਇਹ ਵੀ ਮੈਂ ਭੁੱਲ ਵਾਲੇ ਬੋਲ ਨਹੀਂ ਬੋਲੇ ਹਨ, ਤੇ ਮਨ ਕਰਕੇ ਵੀ ਮੈਂ ਚੁੱਕੀ ਨਹੀਂ ਹਾਂ, ਤੇ ਨਾ ਹੀ ਮੈਂ ਆਪਣੇ ਵਿੱਚ ਹੰਕਾਰ ਧਾਰਨ ਕੀਤਾ ਹੈ। ਮੈਂ ਵੀ ਨਹੀਂ ਮੈਂ ਧਾਰਨ ਕੀਤੀ, ਮੈਂ ਹੰਕਾਰ ਵੀ ਨਹੀਂ ਕਰਦੀ ਹਾਂ, ਨਾ ਹੀ ਦੋਸਾ, ਤੇ ਨਾ ਹੀ ਮੇਰੇ ਦੇ ਵਿੱਚ ਕੋਈ ਦੋਸ਼ ਹਨ। ਮੇਰੇ ਵਿੱਚ ਕੋਈ ਦੋਸ਼, ਕੋਈ ਐਬ, ਕੋਈ ਗੁਨਾਹ ਵੀ ਨਹੀਂ ਹਨ। ਹੇ ਭੈਣੇ, ਤੂੰ ਵੀ ਇਹ ਗੱਲ ਆਖੀ ਆ ਵੀ ਤੇਰੇ ਵਿੱਚ ਕੋਈ ਊਣੀ ਨਹੀਂ ਹੈ, ਊਣਤਾ ਹੀ ਨਹੀਂ ਹੈ, ਕਿਸੇ ਗੱਲੋਂ ਤੂੰ ਖਾਲੀ ਨਹੀਂ ਹੈ, ਤੇ ਭੁੱਲ ਮੈਂ ਵੀ ਨਹੀਂ ਕੋਈ ਕੀਤੀ ਹੈ।
ਪਰ ਵਸ ਮੇਰੇ ਵੀ ਕੋਈ ਨਹੀਂ ਹੈ। ਮੈਨੂੰ ਜਿੱਧਰ ਪਤੀ ਨੇ ਤੋਰਿਆ ਮੈਂ ਉਧਰ ਤੁਰੀ ਆ, ਜਿੱਧਰ ਮੈਨੂੰ ਪਤੀ ਨੇ ਲਾਇਆ ਮੈਂ ਉਧਰ ਲੱਗੀ ਆ, ਮੈਂ ਆਪਣੇ ਆਪ ਨਹੀਂ ਲੱਗੀ। ਜੀਵ ਰੂਪ ਇਸਤਰੀ ਜਗਿਆਸੂ ਬੇਨਤੀ ਕਰਦਾ ਹੈ ਮਹਾਤਮਾ ਦੇ ਅੱਗੇ, ਜਿਤ ਹੋ ਲਾਈ ਕਿ ਮੈਨੂੰ ਜਿੱਧਰ ਪ੍ਰਮਾਤਮਾ ਪਤੀ ਨੇ ਲਾ ਦਿੱਤਾ ਹੈ ਤਿਤ ਹੋ ਲੱਗੀ, ਉਧਰਲੇ ਪਾਸੇ ਮੈਂ ਲੱਗੀ ਹਾਂ। हे ਸਹੇਲੀਏ ਉੱਤਮ ਸਖੀਏ, ਤੂੰ ਸੁਣਨਾ ਕਰ ਮੇਰਾ ਤੇ ਸੱਚਾ ਸੰਦੇਸ਼ਾ ਸੱਚਾ ਸੁਨੇਹਾ ਇਹੋ ਹੀ ਹੈ ਕਿ ਮੈਨੂੰ ਜਿੱਧਰ ਉਸਨੇ ਲਾਇਆ ਹੈ ਮੈਂ ਉਧਰ ਲੱਗੀ ਹਾਂ, ਮੇਰੇ ਵੱਸ ਵਿੱਚ ਕੁਝ ਨਹੀਂ ਹੈ। ਫਿਰ ਉੱਤਮ ਸਖੀ ਨੇ ਆਖਿਆ ਹੈ ਕਿ ਠੀਕ ਆ ਭੈਣੇ, ਜਿਵੇਂ ਤੂੰ ਗੱਲ ਆਖਦੀ ਹੈ ਇਸੇ ਤਰ੍ਹਾਂ ਹੀ ਹੈ। ਉਹੀ ਸੁਹਾਗਣ ਹੈ, ਉਸੇ ਨੂੰ ਪਤੀ ਦਾ ਮਿਲਾਪ ਹਾਸਲ ਹੋਇਆ ਹੈ, ਪਤੀ ਦੀ ਖੁਸ਼ੀ ਹਾਸਲ ਹੋਈ ਹੈ, ਪਤੀ ਦੀ ਸੇਵਾ ਹਾਸਲ ਹੋਈ ਹੈ, ਤੇ ਉਹੀ ਸ੍ਰੇਸ਼ਟ ਭਾਗਾਂ ਵਾਲੀ ਜੀਵ ਰੂਪ ਇਸਤਰੀ ਹੈ ਜਿਹਦੇ ਉੱਤੇ ਪਤੀ ਨੇ ਕਿਰਪਾ ਕੀਤੀ ਹੈ। ਸੁਹਾਗਣ ਵੀ ਉਹੀ ਹੈ ਤੇ ਭਾਗਾਂ ਵਾਲੀ ਵੀ ਉਹੀ ਹੈ। ਜਿਸ ਦੇ ਉੱਤੇ ਪ੍ਰਮਾਤਮਾ ਪਤੀ ਨੇ ਕਿਰਪਾ ਧਾਰੀ ਹੈ ਉਸੇ ਨੂੰ ਆਪਣਾ ਮਿਲਾਪ ਦਿੱਤਾ ਹੈ, ਉਸੇ ਨੂੰ ਆਪਣੇ ਦਰਸ਼ਨ ਦਿੱਤੇ ਹਨ, ਉਸੇ ਨੂੰ ਆਪਣੀ ਸੇਵਾ ਦਿੱਤੀ ਹੈ। ਇਹ ਆਪਣੇ ਆਪ ਨਹੀਂ ਕੁਝ ਵੀ ਮਿਲਦਾ, ਇਹ ਪ੍ਰਮਾਤਮਾ ਪਤੀ ਦੀ ਦਇਆ ਦ੍ਰਿਸ਼ਟੀ ਨਾਲ ਉਹਦੀ ਕਿਰਪਾ ਦੇ ਨਾਲ ਹੀ ਉਹਦੀ ਸੇਵਾ ਤੇ ਸਿਮਰਨ ਮਿਲਦਾ। ਜਿਹਦੇ ਉੱਤੇ ਪ੍ਰਭੂ ਪਤੀ ਨੇ ਕਿਰਪਾ ਕੀਤੀ ਹੈ ਉਸੇ ਨੂੰ ਹੀ ਆਪਣਾ ਆਨੰਦ ਬਖਸ਼ਿਸ਼ ਕੀਤਾ, ਆਪਣਾ ਦਰਸ਼ਨ ਦਿੱਤਾ ਹੈ। ਪਰਮਾਤਮਾ ਪਤੀ ਨੇ ਉਸ ਜੀਵ ਰੂਪ ਇਸਤਰੀ ਦੇ ਸਾਰੇ ਔਗਣ ਗਵਾ ਦਿੱਤੇ, ਜਿੰਨੇ ਔਗਣ ਸੀ ਉਹ ਸਾਰੇ ਦੂਰ ਕਰ ਦਿੱਤੇ ਤੇ ਆਪਣੇ ਜੀਵ ਇਸਤਰੀ ਨੂੰ ਗਲ ਦੇ ਨਾਲ ਲਾ ਕਰਕੇ ਉਹਨੂੰ ਸਵਾਰ ਦਿੱਤਾ ਹੈ, ਜੀਵਨ ਸਵਾਰ ਦਿੱਤਾ ਹੈ, ਆਪਣੇ ਨਾਲ ਅਭੇਦ ਕਰ ਲਿਆ ਹੈ। ਸ਼ਬਦ ਰੂਪੀ ਗਲ ਦੇ ਨਾਲ ਲਾ ਕਰਕੇ, ਸਤ ਸੰਗਤ ਰੂਪੀ ਗਲ ਦੇ ਨਾਲ ਲਾ ਕਰਕੇ, ਨਾਮ ਰੂਪੀ ਗਲ ਦੇ ਨਾਲ ਲਾ ਕਰਕੇ ਜਿੰਦ ਨੂੰ ਸਵਾਰ ਦਿੱਤਾ ਹੈ, ਜੀਵਨ ਨੂੰ ਸਵਾਰ ਦਿੱਤਾ ਹੈ, ਔਗਣ ਸਾਰੇ ਦੂਰ ਕਰ ਦਿੱਤੇ। ਜੋ ਦੁਰਜਨਾਂ ਦਾ ਸੰਗ ਕਰਨਾ ਸੀ, ਜਿਹੜੀ ਖੋਟੀ ਮਤ ਧਾਰਨ ਕੀਤੀ ਹੋਈ ਸੀ ਉਹ ਸਾਰੀ ਦੂਰ ਕਰ ਦਿੱਤੀ ਹੈ ਪ੍ਰਭੂ ਪਤੀ ਨੇ, ਤੇ ਆਪਣੇ ਗਲ ਦੇ ਨਾਲ ਲਾ ਕਰਕੇ ਸਵਾਰ ਦਿੱਤਾ ਹੈ, ਆਪਣੀ ਅਭੇਦਤਾ ਬਖਸ਼ ਦਿੱਤੀ ਹੈ। ਮੱਧਮ ਸਖੀ ਬੇਨਤੀ ਕਰਦੀ ਹੈ ਕਿ ਮੈਂ ਤੇ ਕਰਮਾਂ ਤੋਂ ਹੀਣੀ ਹਾਂ, ਭਾਗਾਂ ਤੋਂ ਹੀਣੀ ਹਾਂ, ਮੇਰੇ ਕਰਮ ਉੱਤਮ ਨਹੀਂ, ਮੇਰੇ ਭਾਗ ਚੰਗੇ ਨਹੀਂ, ਪਰ ਮੈਂ ਤਰਲਾ ਪਾਉਂਦੀ ਹਾਂ, ਮੈਂ ਬੇਨਤੀ ਕਰਦੀ ਹਾਂ ਕਿ ਹੇ ਪਤੀ ਪ੍ਰਭੂ ਜੀ ਮੇਰੀ ਕਦੋਂ ਵਾਰੀ ਆਵੇਗੀ, ਮੇਰੀ ਕਦੋਂ ਵਾਰੀ ਆਵੇਗੀ ਜਦੋਂ ਮੈਨੂੰ ਵੀ ਤੁਸੀਂ ਆਪਣੇ ਗਲ ਦੇ ਨਾਲ ਲਾਓਗੇ। ਮੇਰੀ ਕਦੋਂ ਵਾਰੀ ਆਵੇਗੀ ਜਦੋਂ ਮੈਨੂੰ ਵੀ ਤੁਸੀਂ ਆਪਣੇ ਨਾਲ ਅਭੇਦ ਕਰ ਲਓਗੇ। ਮੇਰਾ ਆਉਣਾ ਜਾਣਾ ਕਦੋਂ ਮੁੱਕੇਗਾ, ਮੇਰੀ ਭਰਮਣਾ ਭਟਕਣਾ ਕਦੋਂ ਮੁੱਕੇਗੀ, ਮੇਰੀ ਵਾਰੀ ਉਹ ਕਦੋਂ ਆਵੇਗੀ ਜਦੋਂ ਮੈਂ ਆਪ ਜੀ ਦਾ ਦਰਸ਼ਨ, ਆਪ ਜੀ ਦੀ ਸੇਵਾ, ਆਪ ਜੀ ਦਾ ਮਿਲਾਪ ਹਾਸਲ ਕਰਾਂਗੀ। ਸਾਰੀਆਂ ਸੁਹਾਗਣਾਂ ਉਹ ਖੁਸ਼ੀਆਂ ਮਾਰ ਰਹੀਆਂ ਹਨ ਆਪਣੇ ਪਤੀਆਂ ਦੇ ਨਾਲ ਮਿਲਾਪ ਹਾਸਲ ਕਰਕੇ। ਹੇ ਮੁਰਾਰੀ, ਮੋਰਾਦਿਕ ਦੈਂਤ ਨੂੰ ਮਾਰਨ ਵਾਲੇ, ਹੰਕਾਰ ਅਗਿਆਨ ਆਦਿਕ ਦੈਂਤ ਨੂੰ ਮਾਰਨ ਵਾਲੇ ਮੁਰਾਰੀ ਪ੍ਰਭੂ ਜੀ, ਇੱਕ ਰਾਤ ਮੈਨੂੰ ਵੀ ਦੇਵੋ। ਸਭ ਸੁਹਾਗਣਾਂ ਉਹ ਆਪ ਜੀ ਦੇ ਮਿਲਾਪ ਦੇ ਆਨੰਦ ਨੂੰ ਮਾਣ ਰਹੀਆਂ ਹਨ। ਸਭ ਗੁਰਮੁਖ, ਗੁਰਸਿੱਖ, ਮਹਾਂਪੁਰਖ, ਮਹਾਤਮਾ ਰੂਪ ਜੋ ਸੁਹਾਗਣਾਂ ਹਨ, ਜਿਨ੍ਹਾਂ ਨੂੰ ਆਪ ਜੀ ਦਾ ਮਿਲਾਪ ਹਾਸਲ ਹੋਇਆ ਹੈ, ਉਹ ਆਪ ਜੀ ਦੇ ਮਿਲਾਪ ਨੂੰ ਮਾਣ ਕਰਕੇ ਇਹ ਆਨੰਦ ਖੁਸ਼ੀਆਂ ਰਲੀਆਂ ਮਾਣ ਰਹੀਆਂ ਹਨ। ਜਿਨ੍ਹਾਂ ਨੂੰ ਤੁਸੀਂ ਆਪਣੇ ਨਾਲ ਮੇਲ ਰਿਹਾ,
ਆਪਣੇ ਨਾਮ ਨਾਲ ਜੋੜ ਕੇ, ਆਪਣੀ ਸੰਗਤ ਨਾਲ ਜੋੜ ਕੇ, ਆਪਣੇ ਸ਼ਬਦ ਨਾਲ ਜੋੜ ਕੇ, ਜਿਨ੍ਹਾਂ ਨੂੰ ਆਪਣੇ ਨਾਲ ਅਭੇਦ ਕਰ ਲਿਆ, ਉਹ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹੋ ਕਰਕੇ ਗੁਰਸਿੱਖ ਜੀਵ ਇਸਤਰੀਆਂ ਆਨੰਦ ਮਾਣ ਰਹੀਆਂ ਹਨ। ਤੇ ਇੱਕ ਰਾਤ ਮੈਨੂੰ ਵੀ ਦਿਓ। ਇੱਥੇ ਰਾਤ ਤੋਂ ਭਾਵ ਹੈ ਇਹ ਜੀਵਨ ਦਾ ਜਿਹੜਾ ਸਮਾਂ ਹੈ, ਮਨੁੱਖਾ ਜਨਮ ਰੂਪੀ ਜਿਹੜਾ ਜੀਵਨ, ਇਹਨੂੰ ਵੀ ਰਾਤ ਆਖਿਆ ਕਿ ਮੈਨੂੰ ਵੀ ਇਹ ਸਮਾਂ ਬਖਸ਼ਿਸ਼ ਕਰੋ, ਐਸੀ ਅਵਸਥਾ ਰੂਪੀ ਰਾਤ ਮੈਨੂੰ ਵੀ ਦਿਓ, ਮੇਰੇ ਤੇ ਵੀ ਕਿਰਪਾ ਕਰਕੇ ਆਪ ਢਲੋ ਕਿ ਮੈਨੂੰ ਵੀ ਆਪਣਾ ਮਿਲਾਪ ਬਖਸ਼ਿਸ਼ ਕਰੋ। ਹੁਣ ਇਹ ਸਾਧ ਸੰਗਤ ਜੀ ਅਲੰਕਾਰ ਤੇ ਇਹ ਸੰਸਾਰੀ ਤੌਰ ਤੇ ਹੈ, ਜੋ ਕੋਈ ਸੰਸਾਰ ਦੇ ਵਿੱਚ ਐਸਾ ਵਰਤਾਰਾ, ਪਰ ਇਹ ਪ੍ਰਮਾਤਮਾ ਦੇ ਮਿਲਾਪ ਦੀ ਗੱਲ ਹੈ। ਇਹ ਪ੍ਰਭੂ ਮੈਨੂੰ ਵੀ ਆਪਣੇ ਨਾਲ ਮੇਲਣਾ ਕਰੋ, ਤੇ ਮੈਂ ਤਾਂ ਹੀ ਜੀਵ ਰੂਪ ਇਸਤਰੀ ਆਪ ਜੀ ਦੇ ਨਾਲ ਮਿਲ ਸਕਦੀ ਹਾਂ ਪ੍ਰਭੂ ਪਤੀ ਜੀ, ਜਦੋਂ ਆਪ ਕਿਰਪਾ ਕਰੋਗੇ, ਜਦੋਂ ਆਪ ਤਰਸ ਕਰੋਗੇ। ਜਿਵੇਂ ਬਾਕੀਆਂ ਨੂੰ ਤੁਸੀਂ ਕਿਰਪਾ ਕਰਕੇ ਤਰਸ ਕਰਕੇ ਆਪਣੇ ਨਾਲ ਮਿਲਿਆ ਹੈ, ਉਹ ਆਪ ਜੀ ਦੇ ਮਿਲਾਪ ਦੇ ਆਨੰਦ ਨੂੰ ਮਾਣ ਰਹੇ ਹਨ ਗੁਰਮੁਖ ਗੁਰਸਿੱਖ। ਇਸੇ ਤਰ੍ਹਾਂ ਇਹ ਪ੍ਰਭੂ ਮੇਰੇ ਤੇ ਵੀ ਕਿਰਪਾ ਕਰੋ, ਇਹ ਅਗਿਆਨਤਾ ਦੀ ਰਾਤ ਮੇਰੀ ਕੱਟੋ ਤੇ ਮੈਨੂੰ ਵੀ ਆਪਣੇ ਨਾਲ ਮਿਲਾ ਲਓ ਜੀ। ਪੰਜਵੇਂ ਪਾਤਸ਼ਾਹ ਮਹਾਰਾਜ ਸਾਹਿਬ ਜੀ ਅਗਲੇ ਸ਼ਲੋਕ ਦੇ ਵਿੱਚ ਬਖਸ਼ਿਸ਼ ਕਰਦੇ ਹਨ। ਗਰੀਬ ਨਵਾਜ ਕਹਿੰਦੇ ਭਾਈ ਆਪਣੇ ਮਨ ਨੂੰ ਧੀਰਜ ਦਈਏ, ਹੌਸਲਾ ਦਈਏ ਕਿ ਮੇਰੇ ਮਨਾ ਤੂੰ ਕਾਹਦੇ ਵਾਸਤੇ ਡੋਲੀ ਜਾਣਾ, ਕਾਹੇ ਮਨ ਤੂੰ ਡੋਲਤਾ, ਇਹ ਮਨਾ ਤੂੰ ਕਿਉਂ ਡੋਲਦਾ? ਕਿਉਂਕਿ ਮਨ ਦਾ ਸੁਭਾਅ ਹੈ ਡੋਲਣਾ, ਇਹ ਡੋਲਦਾ ਹੀ ਰਹਿੰਦਾ, ਡਾਵਾਂ ਡੋਲ ਹੋਇਆ ਰਹਿੰਦਾ, ਕਾਲਾ ਵੀ ਪੈਂਦਾ ਹੈ, ਔਰ ਐਸਾ ਖਿਆਲ ਵੀ ਕਰਦਾ ਹੈ ਕਿ ਕਦੋਂ ਪ੍ਰਭੂ ਦਾ ਪਿਆਰ ਹਾਸਲ ਹੋਵੇਗਾ, ਕਦੋਂ ਵਾਹਿਗੁਰੂ ਜੀ ਦਾ ਮਿਲਾਪ ਹਾਸਲ ਹੋਵੇਗਾ, ਕਦ ਕਿਰਪਾ ਹੋਵੇਗੀ। ਜਿਵੇਂ ਪਿਛਲੇ ਸ਼ਲੋਕ ਦੇ ਵਿੱਚ ਮੱਧਮ ਸਖੀ ਨੇ ਬੇਨਤੀ ਕੀਤੀ ਹੈ, ਤਰਲਾ ਪਾਇਆ ਹੈ ਕਿ ਹੇ ਪ੍ਰਭੂ ਜੀ, ਜਿਵੇਂ ਆਪ ਜੀ ਨੇ ਬਾਕੀਆਂ ਨੂੰ ਆਪਣਾ ਮਿਲਾਪ ਦਿੱਤਾ ਹੈ, ਇਸੇ ਤਰ੍ਹਾਂ ਮੇਰੇ ਤੇ ਵੀ ਕਿਰਪਾ ਕਰੋ। ਜਦੋਂ ਦੂਸਰਿਆਂ ਵੱਲੇ ਵੇਖਦਾ ਹੈ ਮਨ ਵੀ ਕਿਰਪਾ ਕੀਤੀ ਹੈ ਪ੍ਰਭੂ ਨੇ, ਤੇ ਫਿਰ ਮਨ ਡੋਲਦਾ ਵੀ ਹੈ ਵੀ ਮੇਰੀ ਵਾਰੀ ਕਦੋਂ ਆਵੇਗੀ, ਕਦੋਂ ਸਮਾਂ ਆਵੇਗਾ। ਤੇ ਮਹਾਰਾਜ ਸਾਹਿਬ ਕਹਿੰਦੇ ਵੀ ਤੁਰੇ ਰਹਿਣਾ ਚਾਹੀਦਾ ਹੈ, ਲੱਗੇ ਰਹਿਣਾ ਚਾਹੀਦਾ ਹੈ, ਬੇਨਤੀ ਕਰਦੇ ਰਹਿਣਾ ਚਾਹੀਦਾ ਹੈ, ਤੇ ਮਨ ਨੂੰ ਧੀਰਜ ਦੇ ਸਹਿਤ ਕਰਦੇ ਰਹੀਏ, ਮਨ ਡੋਲੇ ਨਾ, ਤੇ ਜ਼ਰੂਰ ਵਾਰੀ ਆਵੇਗੀ। ਭਗਤ ਕਬੀਰ ਸਾਹਿਬ ਜੀ ਕਹਿੰਦੇ ਕੂਕਦੇ ਰਹੀਏ, ਪੁਕਾਰਦੇ ਰਹੀਏ, ਇੱਕ ਦਿਨ ਤਾਂ ਕੂਕ ਸੁਣੀ ਜਾਵੇਗੀ। ਕਬੀਰ ਕੇਸੋ ਕੇਸੋ ਕੂਕੀਐ, ਨਾ ਸੋਈਐ ਆਸਾਰ, ਰਾਤ ਦਿਵਸ ਕੇ ਕੂਕਨੇ, ਕਬਹੂ ਕੇ ਸੁਣੈ ਪੁਕਾਰ। ਰਾਤ ਦਿਨ ਦੇ ਕੂਕਣ ਦੇ ਨਾਲ ਕਦੇ ਤੇ ਮਹਾਰਾਜ ਕਹਿੰਦੇ ਪੁਕਾਰ ਸੁਣੀ ਜਾਵੇਗੀ। ਇਸ ਕਰਕੇ ਮਿਲਾਪ ਹਾਸਲ ਹੋਵੇਗਾ, ਉਹ ਸਮਾਂ ਪ੍ਰਾਪਤ ਹੋਵੇਗਾ ਜਿਸ ਵੇਲੇ ਪ੍ਰਭੂ ਪਤੀ ਦਾ ਮਿਲਾਪ ਹੋਵੇਗਾ। ਮਨਾ ਤੂੰ ਕਿਉਂ ਡੋਲਦਾ ਹੈ? ਸਤਿਗੁਰੂ ਕਹਿੰਦੇ ਮਨ ਨੂੰ ਸਮਝਾਈਏ, ਮਨਾ ਤੂੰ ਡੋਲਣਾ, ਥਿਰ ਹੋ ਕੇ ਰਹਿ, ਟਿਕਾ ਦੇ ਸਹਿਤ ਸਥਿਤ ਹੋਣਾ ਕਰ। ਉਹ ਹਰੀ ਹਰੇਕ ਨੂੰ ਹਰਿਆਂ ਭਰਿਆਂ ਕਰਨ ਵਾਲਾ, ਮਨਸਾ ਪੂਰੀਆਂ ਕਰਨ ਵਾਲਾ ਹੈ। ਉਹ ਮਨ ਦੀਆਂ ਇੱਛਾਵਾਂ ਪੂਰੀਆਂ ਕਰਨ ਵਾਲਾ ਹੈ। ਪ੍ਰਭੂ ਸਭ ਇੱਛਾਵਾਂ ਪੂਰੀਆਂ ਕਰਨ ਵਾਲਾ ਹੈ। ਮਨਾ ਤੂੰ ਡੋਲ ਨਾ, ਤੂੰ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਦੀ ਸ਼ਰਨ ਦਾ ਓਟ ਆਸਰਾ ਲੈ ਕਰਕੇ ਸਿਮਰਨ ਭਜਨ ਕਰ, ਵਾਹਿਗੁਰੂ ਦੀ ਜਾਤ ਦੇ ਵਿੱਚ ਜੋੜ। ਇਸ ਤਰ੍ਹਾਂ ਬੇਨਤੀ ਕਰ, ਨਾਲੇ ਨਮਸਕਾਰ ਕਰਿਆ ਕਰ, ਨਾਲੇ ਤਰਲਾ ਪਾਇਆ ਕਰ। ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ,
ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। हे ਪ੍ਰਭੂ, ਆਪ ਕਿਰਪਾ ਕਰਕੇ ਮੈਨੂੰ ਡੋਲਣ ਤੇ ਰੱਖੋ, ਮੈਂ ਡੋਲਾਂ ਨਾ, ਡਾਵਾਂ ਡੋਲ ਨਾ ਹੋਵਾਂ। ਮਹਾਰਾਜ ਕਹਿੰਦੇ ਇਸ ਤਰ੍ਹਾਂ ਬੇਨਤੀ ਕਰ, ਸਤਿਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਤਰਲਾ ਪਾ, ਤੇ ਹਰੀ ਪਰਮੇਸ਼ਰ ਸਾਰੀਆਂ ਹੀ ਇੱਛਾਵਾਂ ਪੂਰੀਆਂ ਕਰਨਹਾਰ ਹੈ। ਜੋ ਵੀ ਇੱਛਾ ਹੈ, ਜੋ ਵੀ ਭਾਵਨਾ ਹੈ। ਕੁਝ ਸਾਧ ਸੰਗਤ ਜੀ ਮੈਲੀਆਂ ਇੱਛਾ ਵੀ ਹੁੰਦੀਆਂ ਹਨ, ਪਰ ਜਿਸ ਵੇਲੇ ਕੋਈ ਮਹਾਰਾਜ ਸਾਹਿਬ ਦੇ ਚਰਨਾਂ ਦਾ ਓਟ ਆਸਰਾ ਲੈਂਦਾ ਹੈ ਤੇ ਸਤਿਗੁਰੂ ਜੀ ਮੈਲੀਆਂ ਇੱਛਾ ਤੇ ਸਮਾਪਤੀ ਕਰ ਦਿੰਦੇ, ਮੈਲੀਆਂ ਇੱਛਾ ਨੂੰ ਤਾਂ ਖਤਮ ਹੀ ਕਰ ਦਿੰਦੇ। ਤੇ ਜਿਹੜੀਆਂ ਸ਼ੁਭ ਇੱਛਾਵਾਂ ਹਨ, ਸ਼ੁਭ ਗੁਣਾਂ ਨੂੰ ਗ੍ਰਹਿਣ ਕਰਨ ਵਾਲੀਆਂ, ਧਰਮ ਮਾਰਗ ਤੇ ਚੱਲਣ ਵਾਲੀਆਂ, ਉਹ ਫਿਰ ਸ਼ੁਭ ਇੱਛਾਵਾਂ ਮਹਾਰਾਜ ਪੂਰੀਆਂ ਕਰਦੇ। ਕਿਉਂਕਿ ਹਰੇਕ ਇੱਛਾ ਨਹੀਂ ਮਹਾਰਾਜ ਵੀ ਹਰੇਕ ਇੱਛਾ ਪੂਰੀ ਕਰਦੇ। ਕੁਝ ਇੱਛਾਵਾਂ ਹੈ ਹੀ ਐਸੀਆਂ ਜਿਹੜੀਆਂ ਪੂਰੀਆਂ ਕਰਨ ਵਾਲੀਆਂ ਹੈ ਹੀ ਨਹੀਂ। ਜਿਵੇਂ ਹੁਣ ਅਰਦਾਸ ਮਹਾਰਾਜ ਦੇ ਚਰਨਾਂ ਵਿੱਚ ਕੀਤੀ ਜਾਂਦੀ, ਤੇ ਅਰਦਾਸ ਦੀ ਵੀ ਤਾਂ ਕੋਈ ਮਾਣ ਮਰਿਆਦਾ ਹੈ। ਹਰ ਇੱਕ ਅਰਦਾਸ ਤਾਂ ਨਹੀਂ ਕੀਤੀ ਜਾ ਸਕਦੀ ਮਹਾਰਾਜ ਦੇ ਚਰਨਾਂ, ਕਿਉਂਕਿ ਜੇ ਆਖੀਏ ਕਿ ਗੁਰੂ ਸਾਹਿਬ ਜੀ ਹਰੇਕ ਅਰਦਾਸ ਪੂਰੀ ਕਰਦੇ ਆ ਜੀ, ਤੇ ਕਈ ਤੇ ਫਿਰ ਸ਼ਰਾਬ ਦੇ ਠੇਕੇ ਦੀ ਅਰਦਾਸ ਕਰਾਉਣ ਲੱਗ ਪੈਂਦੇ ਆ ਕਿ ਅਸੀਂ ਸ਼ਰਾਬ ਦਾ ਠੇਕਾ ਖੋਲਿਆ ਜੀ, ਸਾਡਾ ਵਧੀਆ ਚੱਲੇ। ਹੁਣ ਇਹ ਇੱਛਾ ਪੂਰੀ ਕਰਨ ਵਾਲੀ ਆ ਗੁਰੂ ਸਾਹਿਬ ਦੇ? ਮਹਾਰਾਜ ਤੇ ਕਹਿੰਦੇ ਭਾਈ ਸ਼ਰਾਬ ਨਾ ਪੀਓ, ਤੇ ਕਈ ਠੇਕੇ ਖੋਲ ਕੇ ਕਹਿੰਦੇ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰ ਦੋ ਜੀ, ਅਸੀਂ ਠੇਕਾ ਖੋਲਿਆ ਸ਼ਰਾਬ ਦਾ, ਵਧੀਆ ਚੱਲੇ। ਹੁਣ ਇਹ ਇੱਛਾ ਪੂਰੀ, ਪਹਿਲੀ ਗੱਲ ਤੇ ਅਰਦਾਸ ਕਰਾਉਣ ਵਾਲੇ ਨੂੰ ਸੋਚਣਾ ਚਾਹੀਦਾ ਵੀ ਮੈਂ ਕੀ ਕਰ ਰਿਹਾ। ਦੂਜੀ ਗੱਲ, ਅਰਦਾਸ ਕਰਨ ਵਾਲਾ ਵੀ ਜਿਹੜਾ ਗੁਰਮੁਖ ਜਿਹੜਾ ਜਾਣਦਾ, ਉਹ ਕਹਿੰਦਾ ਭਾਈ ਇਹ ਅਰਦਾਸ ਨਹੀਂ ਹੋ ਸਕਦੀ। ਤੇ ਕਈ ਫਿਰ ਉਹਲੇ ਵਿੱਚ ਕਰਾ ਦਿੰਦੇ, ਉਹ ਕਹਿੰਦੇ ਵੀ ਚਲੋ ਦੱਸੋ ਨਾ, ਖੋਲਿਆ ਤੇ ਆਪਾਂ ਸ਼ਰਾਬ ਦਾ ਠੇਕਾ ਹੀ ਆ, ਚੱਲ ਭਾਈ ਸਾਹਿਬ ਨੂੰ ਕਹਿ ਦੋ ਵੀ ਕਾਰੋਬਾਰ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ। ਹੁਣ ਮਹਾਰਾਜ ਸਾਹਿਬ ਦੇ ਅੱਗੇ ਜਿਹੜਾ ਗੁਰਮੁਖ ਗੁਰਸਿੱਖ ਵਾ, ਗੁਰੂ ਕੀ ਬਾਣੀ ਪੜ੍ਹਨ ਵਾਲਾ, ਮਹਾਰਾਜ ਦੇ ਬਚਨਾਂ ਨੂੰ ਸਮਝਣ ਵਾਲਾ, ਉਹ ਕਹਿੰਦਾ ਅਰਦਾਸ ਵਿੱਚ ਵੀ ਸਤਿਗੁਰੂ ਇਹ ਪ੍ਰਾਣੀ ਕਰਾਉਣ ਲੱਗਾ ਅਰਦਾਸ ਆਪ ਜੀ ਦੇ ਚਰਨਾਂ 'ਚ, ਤੇ ਗੁਰਮਤਿ ਦੇ ਅਨੁਸਾਰ ਇਹਦੀ ਅਰਦਾਸ ਪੂਰੀ ਕਰਿਓ। ਜਿਹੜੀ ਤੁਹਾਨੂੰ ਭਾਉਂਦੀ ਆ ਉਹ ਅਰਦਾਸ ਪੂਰੀ ਕਰਿਓ, ਜਿਹੜੀ ਤੁਹਾਨੂੰ ਨਹੀਂ ਭਾਉਂਦੀ ਉਹ ਨਾ ਪੂਰੀ ਕਰਿਓ। ਲੋਕ ਤੇ ਅੱਜ ਕੱਲ ਮਨਮਤ ਇੰਨੀ ਵੱਧ ਗਈ, ਅਰਦਾਸਾਂ ਹੀ ਉਹ ਕਰਾਉਂਦੇ ਜਿਹੜੀਆਂ ਅਰਦਾਸਾਂ ਨਾ ਕਰਨੀਆਂ ਚਾਹੀਦੀਆਂ, ਨਾ ਕਰਾਉਣੀਆਂ ਚਾਹੀਦੀਆਂ। ਗੁਰੂ ਗ੍ਰੰਥ ਸਾਹਿਬ ਜੀ ਰੋਜ਼ ਕਹਿੰਦੇ ਵੀ ਸ਼ਰਾਬ ਛੱਡੋ ਤੇ ਅੰਮ੍ਰਿਤ ਛਕੋ, ਤੇ ਜੇ ਕੋਈ ਅਰਦਾਸ ਕਰਾਵੇ ਕਿ ਸਾਡਾ ਠੇਕਾ ਚੱਲੇ, ਹੁਣ ਇਹ ਕਾਹਦੀ ਅਰਦਾਸ ਹੋਈ ਭਾਈ? ਇਸ ਕਰਕੇ ਹਰ ਮਨਸਾ ਪੂਰਨ ਹਾਰ ਹਰੀ, ਮਨ ਦੀਆਂ ਇੱਛਾਵਾਂ ਪੂਰੀਆਂ ਤੇ ਕਰਦੇ ਆ, ਪਰ ਮੈਲੀਆਂ ਇੱਛਾਵਾਂ ਜਿਹੜੀਆਂ ਉਹ ਖਤਮ ਕਰਦੇ ਆ, ਜਿਹੜੀਆਂ ਸ਼ੁਭ ਇੱਛਾਵਾਂ ਉਹ ਪੂਰੀਆਂ ਕਰਦੇ ਆ ਗੁਰੂ ਸਾਹਿਬ। ਗੁਰੂ ਸਾਹਿਬ ਦੇ ਚਰਨਾਂ ਵਿੱਚ ਆਉਣਾ ਹੈ ਜਗਿਆਸੂ ਬਣ ਕੇ, ਸਿੱਖ ਬਣ ਕੇ, ਤੇ ਮਹਾਰਾਜ ਸਾਹਿਬ ਜੀ ਦੀ ਸਿੱਖਿਆ ਲੈਣ ਵਾਸਤੇ। ਗੁਰੂ ਸਾਹਿਬ ਤੋਂ ਸਿੱਖਿਆ ਲੈਣੀ ਅਸੀਂ, ਗੁਰੂ ਸਾਹਿਬ ਜੀ ਦੀ ਮੱਤ ਲੈਣੀ ਅਸੀਂ, ਆਪਣੇ ਮਨ ਦੀ ਮੱਤ ਛੱਡਣੀ ਆ। ਕਈਆਂ ਥਾਵਾਂ ਤੇ ਮਾਝੇ ਇੱਕ ਨਗਰ ਦੇ ਵਿੱਚ ਵੇਖਿਆ ਸੀ, ਔਰ ਉਹਨਾਂ ਦੇ ਘਰੇ ਜਾ ਕੇ ਵੀ ਦਾਸ ਨੇ ਬੇਨਤੀ ਕੀਤੀ ਸੀ, ਕੁਝ ਸਾਲ ਪਹਿਲਾਂ ਦੀ ਗੱਲ ਹੈ। ਉਹਨਾਂ ਬਿਊਟੀ ਪਾਰਲਰ ਖੋਲਿਆ ਸੀ, ਤੇ ਬਿਊਟੀ ਪਾਰਲਰ ਦੇ ਉੱਤੇ ਲਿਖਿਆ ਸੀ ਮਹਾਰਾਜ ਦਾ ਨਾਮ, ਗੁਰੂ ਸਾਹਿਬ ਦਾ ਨਾਮ ਲਿਖ ਕੇ ਲਿਖਿਆ ਸੀ ਗੁਰੂ ਕਿਰਪਾ ਬਿਊਟੀ ਪਾਰਲਰ। ਉਹ ਸਾਰੇ ਪਰਿਵਾਰ ਨੂੰ ਬਹਾ ਕੇ ਬੇਨਤੀ ਕੀਤੀ, ਉਹ ਭਰਾਓ ਜੇ ਕੋਈ ਇੱਥੇ ਆ ਗਏ ਨਾ ਗਰਮ ਫੌਜਾਂ, ਤੇ ਇੱਕ ਤੇ ਤੁਹਾਨੂੰ ਲੱਗੂਗਾ ਸੋਧਾ, ਤੇ ਬੰਦ ਵੀ ਇਹ ਕਰਾਉਣਗੇ। ਇਸ ਕਰਕੇ ਫਿਰ ਤੁਸੀਂ ਕਹਿੰਦੇ ਵੀ ਸਿੰਘ ਵੀ ਇਸ ਤਰ੍ਹਾਂ ਕਰ ਦਿੰਦੇ ਆ। ਤੇ ਇਹ ਜਿਹੜਾ ਤੁਸੀਂ ਨਾਂ ਰੱਖਿਆ ਬਿਊਟੀ ਪਾਰਲਰ ਦਾ, ਇਹ ਗਲਤ ਰੱਖਿਆ ਜੀ। ਮਹਾਰਾਜ ਦੇ ਨਾਂ ਤੇ ਬਿਊਟੀ ਪਾਰਲਰ ਨਹੀਂ ਖੋਲੀ ਦਾ, ਉਹਨਾਂ ਨੇ ਗੁਰੂ ਕਿਰਪਾ ਬਿਊਟੀ ਪਾਰਲਰ ਨਾਂ ਰੱਖਿਆ। ਤੇ ਬਿਊਟੀ ਪਾਰਲਰ ਵਿੱਚ ਕੀ ਕੀਤਾ ਜਾਂਦਾ ਵਾ? ਉਹਦੇ 'ਚ ਕੇਸ ਕੱਟੇ ਜਾਂਦੇ ਆ, ਭਰਵੱਟੇ ਮੁੰਨੇ ਜਾਂਦੇ ਆ, ਕੇਸ ਕੱਟੇ ਜਾਂਦੇ ਆ, ਗੁੱਤਾਂ ਕੱਟੀਆਂ ਜਾਂਦੀਆਂ ਬਿਊਟੀ ਪਾਰਲਰ ਦੇ ਵਿੱਚ ਤਾਂ ਕੇਸ ਮੁੰਨੇ ਜਾਂਦੇ ਆ। ਤੇ ਗੁਰੂ ਸਾਹਿਬ ਦੀ ਗੁਰਮਤਿ ਕਹਿੰਦੀ ਆ ਕੇਸ ਇੱਕ ਵੀ ਨਹੀਂ ਕਟਾਇਆ ਜਾ ਸਕਦਾ। ਸਾਬਤ ਸੂਰਤ ਹੋਣਾ ਵਾ ਸਿੱਖ ਨੇ, ਮਾਈ ਭਾਈ ਨੇ। ਹੁਣ ਬਿਊਟੀ ਪਾਰਲਰ ਦਾ ਨਾਮ ਰੋਕ ਰੱਖਣ ਡਏ ਗੁਰੂ ਸਾਹਿਬ ਦੇ ਨਾਮ ਉੱਤੇ। ਹੁਣ
ਜੇ ਬਿਊਟੀ ਪਾਰਲਰ ਵੀ ਕੋਈ ਖੋਲਦਾ ਉਹ ਵੀ ਕਈ ਅਰਦਾਸਾਂ ਕਰਾਉਂਦੇ ਆ, ਕਈ ਤੇ ਉੱਥੇ ਸੁਖਮਨੀ ਸਾਹਿਬ ਵੀ ਕਰਾ ਲੈਂਦੇ। ਇੰਨੀ ਮਨਮਤ ਜਿਹੜੇ ਸਮਝਦਾਰ ਉਹ ਨਹੀਂ ਕਰਦੇ, ਤੇ ਕਈ ਕਰ ਵੀ ਦਿੰਦੇ ਆ। ਉਹੋ ਜਿਹਾ ਕਾਰੋਬਾਰ ਖੋਲਿਆ ਤੇ ਉੱਥੇ ਵੀ ਅਗਲੇ ਉਹ ਪਾਠ ਕਰਾ ਕੇ ਫਿਰ ਉਹਦੀ ਸ਼ੁਰੂਆਤ ਕਰਾਉਂਦੇ। ਪਰ ਇਹੋ ਜਿਹੀਆਂ ਅਰਦਾਸਾਂ ਨਹੀਂ ਮਹਾਰਾਜ ਸਾਹਿਬ ਜੀ ਪੂਰੀਆਂ ਕਰਦੇ ਵੀ ਬਿਊਟੀ ਪਾਰਲਰ ਖੋਲਣ ਵਾਲੀਆਂ ਅਰਦਾਸਾਂ। ਗੁਰੂ ਸਾਹਿਬ ਤਾਂ ਕਹਿੰਦੇ ਆ ਵੀ ਨਾਈਆਂ ਦੀਆਂ ਦੁਕਾਨਾਂ ਬੰਦ ਹੋਣੀਆਂ ਚਾਹੀਦੀਆਂ। ਗੁਰੂ ਸਾਹਿਬ ਤਾਂ ਕਹਿੰਦੇ ਆ ਬਿਊਟੀ ਪਾਰਲਰ ਬੰਦ ਹੋਣੇ ਚਾਹੀਦੇ। ਸਤਿਗੁਰੂ ਕਹਿੰਦੇ ਨਹੀਂ ਵੀ ਸਾਡੇ ਸਿੱਖ ਬੱਚੇ ਬੱਚੀਆਂ ਸਾਬਤ ਸੂਰਤ ਹੋਣ। ਮਹਾਰਾਜ ਥੋੜਾ ਕਹਿੰਦੇ ਵੀ ਸਾਡੇ ਸਿੱਖਾਂ ਦੇ ਇਹ ਦਾੜੇ ਕੱਟੇ ਹੋਣ, ਕੇਸ ਕੱਟੇ ਹੋਣ, ਤੇ ਸਾਡੀਆਂ ਧੀਆਂ ਦੇ ਭਰਭੱਟੇ ਕੱਟੇ ਹੋਣ। ਮਹਾਰਾਜ ਥੋੜਾ ਕਹਿੰਦੇ। ਗੁਰੂ ਸਾਹਿਬ ਤਾਂ ਕਹਿੰਦੇ ਸਾਬਤ ਸੂਰਤ ਹੋਣ ਸਾਡੇ ਬੱਚੇ ਬੱਚੀਆਂ। ਤੇ ਇੱਥੇ ਜਿਹੜੇ ਆ ਉਹ ਬਿਊਟੀ ਪਾਰਲਰਾਂ ਦੇ ਨਾਂ ਹੀ ਗੁਰੂ ਕਿਰਪਾ ਰੱਖੀ ਜਾਂਦੇ। ਇਸ ਕਰਕੇ ਕੋਈ ਮੀਟ ਦੀ ਦੁਕਾਨ ਖੋਲ ਲੈਂਦਾ, ਉਹ ਵੀ ਉੱਤੇ ਉਸੇ ਤਰ੍ਹਾਂ ਹੀ ਅੱਜ ਕੱਲ੍ਹ ਰਿਵਾਜ ਹੀ ਇਸ ਤਰ੍ਹਾਂ ਦਾ ਚੱਲਿਆ। ਮਹਾਰਾਜ ਦੇ ਨਾਮ ਉੱਤੇ ਵੀ ਦੁਕਾਨ ਦਾ ਨਾਮ ਮਹਾਰਾਜ ਦੇ ਨਾਂ ਉੱਤੇ ਰੱਖਣਾ। ਪਰ ਉਹ ਚੰਗੀ ਦੁਕਾਨ ਕੋਈ ਹੋਰ ਕਾਰੋਬਾਰ ਵਾਲੀ ਹੋਵੇ ਤੇ ਉਹਦੇ ਤੇ ਤਾਂ ਰੱਖਿਆ ਜਾਵੇ। ਪਰ ਮੀਟ ਸ਼ਰਾਬ ਦੀ ਤੇ ਬਿਊਟੀ ਪਾਰਲਰ ਤੇ ਇਹੋ ਜਿਹੀਆਂ ਦੁਕਾਨਾਂ ਤੇ ਥੋੜਾ ਮਹਾਰਾਜ ਦਾ ਨਾਂ ਚਾਹੀਦਾ। ਤੋ ਇਸ ਤਰ੍ਹਾਂ ਦਾ ਤੇ ਹੋਰ ਸਾਧ ਸੰਗਤ ਜੀ ਬਹੁਤ ਕੁਝ ਹੈ। ਕਰਨੀ ਮਨ ਮਰਜੀ ਤੇ ਕਰਨੀ ਗੁਰੂ ਸਾਹਿਬ ਦਾ ਓਟ ਆਸਰਾ ਲੈ ਕੇ ਅਰਦਾਸ ਕਰਕੇ ਮਹਾਰਾਜ ਦੇ ਚਰਨਾਂ 'ਚ। ਪਰ ਇਹੋ ਜਿਹੀਆਂ ਇਹ ਮਨ ਦੀ ਮੱਤ, ਇਹਨੂੰ ਤੇ ਮਨ ਦੀ ਮੱਤ ਆਖਿਆ। ਮਨ ਦੀ ਮੱਤ ਅਰਦਾਸ ਵੀ ਉਹ ਪੂਰੀ ਹੁੰਦੀ ਹੈ ਜਿਹੜੀ ਗੁਰਮਤ ਦੇ ਅਨੁਸਾਰ ਹੈ, ਜਿਹੜੀ ਗੁਰੂ ਸਾਹਿਬ ਜੀ ਨੂੰ ਭਾਉਂਦੀ ਹੈ। ਉਹ ਅਰਦਾਸ ਹਾਂ ਸੰਸਾਰੀ ਕਾਰੋਬਾਰ ਜਿਹੜੀ ਧਰਮ ਦੀ ਕਿਰਤ, ਧਰਮ ਦੀ ਕਿਰਤ ਦੇ ਵਿੱਚ ਮਹਾਰਾਜ ਵਾਧਾ ਬਖਸ਼ੋ ਜੀ, ਉਹਦੀ ਤਾਂ ਅਰਦਾਸ ਕੀਤੀ ਜਾ ਸਕਦੀ ਹੈ। ਤੇ ਜੇ ਕਿਸੇ ਨੇ ਚੋਰੀ ਕਰਨੀ ਹੈ, ਠੱਗੀ ਮਾਰਨੀ ਹੈ, ਬੇਈਮਾਨੀ ਕਰਨੀ ਹੈ, ਤੇ ਅਰਦਾਸ ਕਰਕੇ ਆਖੇ ਵੀ ਮੈਂ ਹੁਣ ਚੋਰੀ ਕਰਨੀ, ਹੁਣ ਉਹ ਤਾਂ ਨਹੀਂ ਨਾ ਅਰਦਾਸ ਕੀਤੀ ਜਾ ਸਕਦੀ। ਉਂਝ ਚੋਰ ਵੀ ਲੈਂਦੇ ਮਹਾਰਾਜ ਦੇ ਚਰਨਾਂ ਦਾ ਓਟ ਆਸਰਾ, ਉਂਝ ਠੱਗ ਵੀ ਲੈਂਦੇ ਮਹਾਰਾਜ ਦੇ ਚਰਨਾਂ ਦਾ ਓਟ ਆਸਰਾ। ਉਹ ਕਹਿੰਦੇ ਵੀ ਠੱਗੀ ਮਾਰਨੀ ਆ, ਮਹਾਰਾਜ ਖੁੱਲੀ ਵੱਜ ਜਾਵੇ ਉਹਦੇ ਚੋਂ ਹਿੱਸਾ ਤੈਨੂੰ ਵੀ ਦੇ ਦਾਂਗੇ। ਜੇ 1 ਕਰੋੜ ਦੀ ਠੱਗੀ ਵੱਜੀ ਤੇ ਕੋਈ ਨਹੀਂ 2 ਲੱਖ ਚਾੜ ਦਾਂਗੇ, ਮਹਾਰਾਜ ਚੜਾ ਦਾਂਗੇ। ਪਰ ਉਹ ਨਹੀਂ ਅਰਦਾਸ ਸਾਧ ਸੰਗਤ ਜੀ ਪੂਰੀ ਹੁੰਦੀ। ਜੇ ਤਾਂ ਇਹ ਠੱਗੀ ਬੇਈਮਾਨੀ ਦਾ ਪੈਸਾ ਗੁਰੂ ਘਰ ਵਿੱਚ ਪ੍ਰਵਾਨ ਹੁੰਦਾ ਤੇ ਫਿਰ ਮਲਕ ਭਾਗੋ ਦੇ ਮਾਲ ਪੂੜੇ ਵੀ ਬਾਬਾ ਛਕ ਲੈਂਦਾ। ਫਿਰ ਨਾ ਕਹਿੰਦਾ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਗਰੀਬ ਨਵਾਜ, ਨਾ ਕਹਿੰਦੇ ਵੀ ਮਲਕ ਭਾਗੋ ਇਹ ਤੇਰੇ ਪੂੜੇ ਪੂੜੀਆਂ ਦੇ ਵਿੱਚ ਖੂਨ ਭਰਿਆ ਹੋਇਆ ਵਾ, ਗਰੀਬਾਂ ਦੀ ਰੱਤ ਨਿਚੋੜੀ ਹੋਈ ਆ ਤੂੰ ਗਰੀਬਾਂ ਦੀ। ਭਾਈ ਲਾਲੋ ਦੇ ਘਰ ਦੇ ਵਿੱਚ ਰੋਜ਼ ਬ੍ਰਹਮ ਭੋਜ ਬਣਦਾ ਵਾ, ਤੇਰਾ ਬ੍ਰਹਮ ਭੋਜ ਨਹੀਂ। ਭਾਈ ਲਾਲੋ ਦੇ ਕੋਧਰੇ ਦੇ ਪ੍ਰਸ਼ਾਦੇ ਦੇ ਵਿੱਚ ਦੁੱਧ ਭਰਿਆ ਹੋਇਆ ਤੇ ਤੇਰੇ ਮਾਲ ਪੂੜਿਆਂ ਦੇ ਵਿੱਚ ਖੂਨ ਭਰਿਆ ਹੋਇਆ। 1 ਸਾਲ ਗਰੀਬਾਂ ਨੂੰ ਲੁੱਟਦਾ ਰਹਿਣਾ ਤੇ ਸਾਲ ਬਾਅਦ ਤੂੰ ਇਹ ਬ੍ਰਹਮ ਭੋਜ ਲਾ ਦਿੰਦਾ। ਧਰਮ ਦੀ ਕਿਰਤ ਆਖਿਆ ਮਹਾਰਾਜ ਸਾਹਿਬ ਨੇ ਵੀ ਧਰਮ ਦੀ ਕਿਰਤ ਕਰੋ, ਵੰਡ ਕੇ ਛਕੋ, ਨਾਮ ਜਪੋ। ਵੰਡ ਕੇ ਛਕਣਾ ਵੀ ਉਹੀ ਪ੍ਰਵਾਨ ਆ ਜਿਹੜਾ ਧਰਮ ਦੀ ਕਿਰਤ ਵਿੱਚੋਂ ਦਿੱਤਾ ਜਾਵੇ। ਜਿਹੜਾ ਚੋਰੀ ਕਰਕੇ, ਠੱਗੀ ਮਾਰ ਕੇ, ਦੂਜੇ ਦਾ ਹੱਕ ਖਾ ਕੇ ਉਹ ਭਾਵੇਂ ਕਿੰਨੇ ਲੱਖਾਂ ਕਰੋੜਾਂ ਵੀ ਗੁਰੂ ਘਰੇ ਭੇਟ ਕਰਦਾ, ਉਹ ਪ੍ਰਵਾਨ ਨਹੀਂ। ਧਰਮ ਦੀ ਕਿਰਤ ਵਿੱਚੋਂ 1 ਰੁਪਈਆ ਵੀ ਭੇਟ ਕਰਦਾ ਤੇ ਉਹ ਪ੍ਰਵਾਨ ਹੈ। ਚੋਰੀ ਦਾ, ਠੱਗੀ ਦਾ ਪੈਸਾ ਨਹੀਂ ਗੁਰੂ ਨਾਨਕ ਸਾਹਿਬ ਮਹਾਰਾਜ ਪ੍ਰਵਾਨ ਕਰਦੇ। ਸੰਸਾਰ ਪ੍ਰਵਾਨ ਕਰਦਾ ਹੈ, ਬਾਕੀ ਪ੍ਰਵਾਨ ਕਰ ਲੈਂਦੇ ਆ, ਪਰ ਧੰਨ ਗੁਰੂ ਨਾਨਕ ਸਾਹਿਬ ਦੇ ਖਜ਼ਾਨੇ ਵਿੱਚ ਨਹੀਂ ਉਹ ਪ੍ਰਵਾਨ ਹੁੰਦਾ। ਇਸ ਕਰਕੇ ਅਰਦਾਸਾਂ ਵੀ ਸਾਧ ਸੰਗਤ ਜੀ ਉਹੀ ਮਹਾਰਾਜ ਸਾਹਿਬ ਜੀ ਪੂਰੀਆਂ ਕਰਦੇ ਆ ਜਿਹੜੀਆਂ ਗੁਰਮਤ ਦੇ ਅਨੁਸਾਰ ਮਨ ਦੀਆਂ ਇੱਛਾਵਾਂ ਪੂਰੀਆਂ ਕਰਦੇ ਆ। ਪਰ ਜਿਹੜੀਆਂ ਸ਼ੁਭ ਇੱਛਾਵਾਂ ਵਾ, ਮੈਲੀਆਂ ਇੱਛਾ ਮਹਾਰਾਜ ਦੂਰ ਕਰਦੇ। ਅਰਦਾਸ ਤੇ ਹਰ ਇੱਕ ਤਰ੍ਹਾਂ ਦੀ ਲੋਕ ਕਰਾਈ ਜਾਂਦੇ ਤੇ ਬਹੁਤੀਆਂ ਅਰਦਾਸਾਂ ਉਹ ਹੁੰਦੀਆਂ ਜਿਹੜੀਆਂ ਮਨ ਦੀ ਮੱਤ ਦੇ ਵਿੱਚੋਂ ਹੀ ਉਹ ਇੱਛਾਵਾਂ ਵਾ, ਜਿਹਦੇ ਵਿੱਚ ਗੁਰਮਤ ਥੋੜੀ ਬਹੁਤੀ ਵੀ ਨਹੀਂ ਝਲਕਦੀ ਹੈ, ਜਿਹਦੇ ਵਿੱਚ ਗੁਰੂ ਕੀ ਮੱਤ ਥੋੜੀ ਬਹੁਤੀ ਵੀ ਨਹੀਂ ਹੈ। ਇਸ ਕਰਕੇ ਗੁਰੂ ਸਾਹਿਬ ਜੀ ਅੱਗੇ ਬੇਨਤੀ ਕਰਦਿਆਂ ਗੁਰੂ ਸਾਹਿਬ ਜੀ ਦੀ ਵੀ ਤਾਂ ਵਿੱਚ ਸਲਾਹ ਲੈਣੀ ਚਾਹੀਦੀ ਹੈ ਨਾ, ਮਹਾਰਾਜ ਦੀ ਵੀ ਤਾਂ ਵਿੱਚ ਸਿੱਖਿਆ ਲੈਣੀ ਚਾਹੀਦੀ ਵੀ ਸਤਿਗੁਰੂ ਆਹ ਕੰਮ ਮੈਨੂੰ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ। ਮੈਂ ਤੁਹਾਡੇ ਅੱਗੇ ਬੇਨਤੀ ਕਰਕੇ ਵੀ ਇਹ ਕੰਮ ਕਰਵਾ ਰਿਹਾ ਵਾਂ, ਇਹ ਕਾਰਜ ਕਰਵਾ ਰਿਹਾ, ਤੁਸੀਂ ਵੀ ਮੈਨੂੰ ਦੱਸੋ ਵੀ ਇਹ ਕਾਰਜ ਮੈਨੂੰ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ। ਤੋ ਸਤਿਗੁਰੂ ਗਰੀਬ ਨਵਾਜ ਕਹਿੰਦੇ ਕਾਹੇ ਮਨ ਤੂੰ ਡੋਲਤਾ
ਹਰ ਮਨਸਾ ਪੂਰਨ ਹਾਰ। हे ਮਨਾ ਤੂੰ ਕਾਦੇ ਵਾਸਤੇ ਡੋਲਦਾ ਹੈ? ਉਹ ਹਰੀ ਪਰਮੇਸ਼ਰ ਸਾਰੀਆਂ ਇੱਛਾਵਾਂ ਪੂਰੀਆਂ ਕਰਨ ਵਾਲਾ ਹੈ। ਮੈਲੀਆਂ ਜੋ ਇੱਛਾਵਾਂ ਉਹਨਾਂ ਨੂੰ ਮਹਾਰਾਜ ਆਪਣੇ ਸੇਵਕਾਂ ਦੇ ਹਿਰਦੇ ਵਿੱਚੋਂ ਸਮਾਪਤ ਕਰ ਦਿੰਦੇ ਆ। ਜਿਹੜੀਆਂ ਸ਼ੁਭ ਇੱਛਾਵਾਂ ਹਨ ਉਹਨਾਂ ਨੂੰ ਪੂਰੀਆਂ ਕਰਦੇ ਹਨ। हे ਮਨਾ ਤੂੰ ਆਪਣੀਆਂ ਸ਼ੁਭ ਇੱਛਾਵਾਂ ਪੂਰੀਆਂ ਕਰਵਾਉਣ ਵਾਸਤੇ ਸਤਿਗੁਰੂ ਜੀ ਦੀ ਸ਼ਰਨ ਵਿੱਚ ਪੈ ਕਰਕੇ ਅਕਾਲ ਪੁਰਖ ਵਾਹਿਗੁਰੂ ਨੂੰ ਧਿਆਉਣਾ ਕਰ। ਸਤਿਗੁਰੂ ਪੁਰਖ ਨੂੰ ਧਿਆਉਣਾ ਕਰ ਜੋ ਸਰਬ ਵਿਆਪਕ ਹਨ। ਤੇ ਸਤਿਗੁਰੂ ਜੀ ਸਾਰੇ ਦੁੱਖਾਂ ਨੂੰ ਵਿਸਾਰ ਦੇਣ ਵਾਲੇ ਆ, ਵਿਸਰਜਨ ਕਰ ਦੇਣ ਵਾਲੇ, ਨਿਵਰਤ ਕਰ ਦੇਣ ਵਾਲੇ, ਖਤਮ ਕਰ ਦੇਣ ਵਾਲੇ ਹਨ। ਐਸੇ ਸਤਿਗੁਰੂ ਪੁਰਖ ਜੀ ਦੀ ਸ਼ਰਨ ਵਿੱਚ ਪੈ ਕੇ ਨਾਮ ਨੂੰ ਧਿਆਉਣਾ ਕਰ, ਤੇਰੇ ਸਾਰੇ ਦੁੱਖਾਂ ਦੀ ਨਿਵਰਤੀ ਹੋ ਜਾਵੇਗੀ। हे ਮਨਾ ਹਰੀ ਪਰਮੇਸ਼ਰ ਦੇ ਨਾਮ ਦੀ ਆਰਾਧਨਾ ਕਰ। ਫਿਰ ਸਾਰੇ ਤੇਰੇ ਕਿਲ ਵਿਖ ਜੋ ਬੱਜਰ ਪੱਕੇ ਪਾਪ ਹਨ ਉਹ ਵੀ ਚਲੇ ਜਾਣਗੇ, ਤੇਰੇ ਵਿਕਾਰ ਵੀ ਨਾਸ ਹੋ ਜਾਣਗੇ। ਪਾਪ ਅਨੇਕ ਪ੍ਰਕਾਰ ਦੇ ਹਨ ਸਾਧ ਸੰਗਤ ਜੀ, ਔਰ ਚਾਰ ਜਿਹੜੇ ਹਨ ਉਹ ਬੱਜਰ ਪਾਪ ਆਖੇ, ਕਿਲ ਵਿਖ ਆਖੇ। ਵਾਰਾਂ ਦੇ ਵਧੀਕ ਵਿੱਚ ਮਹਾਰਾਜ ਦਾ ਬਚਨ ਆਉਂਦਾ ਏ, ਬ੍ਰਾਹਮਣ ਕੈਲੀ ਘਾਤ ਕੰਜਕਾ ਅਣਚਾਰੀ ਕਾ ਧਾਨ। ਬ੍ਰਹਮ ਗਿਆਨੀ ਨੂੰ ਮਾਰਨਾ ਇਹ ਵੱਡਾ ਪਾਪ ਹੈ। ਉਂਝ ਤਾਂ ਕਿਸੇ ਨੂੰ ਮਾਰਨਾ ਵੀ ਪਾਪ ਹੀ ਹੈ, ਹਰ ਇੱਕ ਨੂੰ ਜੀਵ ਦੇ ਵਿੱਚ ਜਾਨ। ਪਰ ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤਰ ਹੈ। ਜਿਹੜਾ ਬ੍ਰਹਮ ਨੂੰ ਜਾਣਨ ਵਾਲਾ ਬ੍ਰਹਮ ਗਿਆਨੀ ਹੈ, ਬ੍ਰਹਮ ਗਿਆਨੀ ਦਾ ਕਤਲ ਕਰਨਾ। ਮਹਾਰਾਜ ਬ੍ਰਾਹਮਣ ਆਖਿਆ, ਬ੍ਰਾਹਮਣ ਨੂੰ ਜਾਣਨ ਵਾਲੇ ਨੂੰ ਗਰੀਬ ਨਵਾਜ ਬ੍ਰਾਹਮਣ ਕਹਿੰਦੇ। ਜੋ ਬ੍ਰਹਮ ਨੂੰ ਜਾਣਦਾ ਹੈ, ਜਿਸ ਨੂੰ ਬ੍ਰਹਮ ਦੀ ਸੋਝੀ ਪ੍ਰਾਪਤ ਹੋਈ ਹੈ, ਤੇ ਉਹੀ ਬ੍ਰਹਮ ਗਿਆਨੀ ਹੈ। ਉਸ ਦਾ ਕਤਲ ਕਰਨਾ ਬਹੁਤ ਵੱਡਾ ਪਾਪ ਹੈ। ਕਿਸੇ ਮਹਾਂਪੁਰਖ ਦਾ, ਕਿਸੇ ਸਾਧੂ ਦਾ, ਕਿਸੇ ਸੰਤ ਦਾ ਕਤਲ ਕਰ ਦੇਣਾ, ਮਾਰ ਦੇਣਾ। ਸਮੇਂ-ਸਮੇਂ ਤੇ ਸੰਸਾਰ ਨੇ ਐਸੇ ਪਾਪ ਕੀਤੇ ਆ, ਜਿਵੇਂ ਸ੍ਰੀਮਾਨ ਸੰਤ ਬਾਬਾ ਵੀਰ ਸਿੰਘ ਜੀ ਨਰੰਗਾਬਾਦ ਵਾਲੇ ਮਹਾਂਪੁਰਖ, ਜਿਨ੍ਹਾਂ ਨੇ ਕਿੰਨਿਆਂ ਨੂੰ ਨਾਮ ਨਾਲ ਜੋੜਿਆ, ਕਿੰਨਿਆਂ ਨੂੰ ਸਿੱਖੀ ਨਾਲ ਜੋੜਿਆ। ਵੀਰ ਸਿੰਘ ਨੂੰ ਮਾਰਿਆ, ਡਾਹ ਤੋਪਾਂ ਨਹੀਂ ਛੱਡਿਆ ਸੰਤ ਤੇ ਸਾਧ ਮੀਆਂ। ਤੇ ਬਾਬਾ ਜੀ ਸੰਤ ਬਾਬਾ ਵੀਰ ਸਿੰਘ ਜੀ ਨਰੰਗਾਬਾਦ ਵਾਲੇ ਮਹਾਂਪੁਰਖ, ਉਹਨਾਂ ਦੇ ਡੇਰੇ ਨੂੰ ਚਾਰ ਚਫੇਰਿਓਂ ਤੋਪਾਂ ਬੀੜ ਕਰਕੇ ਤੇ ਉਡਾ ਦਿੱਤਾ। ਬਾਬਾ ਜੀ ਦੇ ਪੱਟ ਦੇ ਉੱਤੇ ਤੋਪ ਦਾ ਗੋਲਾ ਵੱਜਾ, ਕਿੰਨੀਆਂ ਗੋਲੀਆਂ ਉਹਨਾਂ ਦੀ ਛਾਤੀ ਵਿੱਚ ਆ ਕੇ ਵੱਜੀਆਂ। ਸੰਤ ਬਾਬਾ ਵੀਰ ਸਿੰਘ ਸਾਹਿਬ ਜੀ ਨੂੰ ਸ਼ਹੀਦ ਕੀਤਾ। ਹੋਰ ਵੀ ਐਸੇ ਮਹਾਂਪੁਰਖਾਂ ਗੁਰਸਿੱਖਾਂ ਦਾ ਜ਼ਿਕਰ। ਇਹ ਵੀ ਵੱਡਾ ਵੱਜਰ ਪਾਪ ਹੈ। ਕੈਲੀ ਗਾਂ ਦਾ ਮਾਰਨਾ ਕਹਿੰਦੇ ਵੱਡਾ ਵੱਜਰ ਪਾਪ। ਕੰਜਕਾ ਕੰਨਿਆਂ ਦਾ ਮਾਰਨਾ ਵੱਡਾ ਪਾਪ ਹੈ। ਤੇ ਲੋਕ ਕੰਨਿਆਂ ਮਾਰਦੇ ਆ। ਪਹਿਲਾਂ ਹੀ ਉਹ ਡਾਕਟਰਾਂ ਨਾਲ ਸਲਾਹ ਕਰ ਕੇ ਟੈਸਟ ਜੇ ਇਸ ਤਰ੍ਹਾਂ ਦੇ ਕਰਾ ਕੇ ਪੈਸੇ ਦੇ ਕੇ ਜਨਮ ਤੋਂ ਪਹਿਲਾਂ ਧੀਆਂ ਮਾਰਦੇ ਲੋਕ। ਬਹੁਤ ਵੱਡਾ ਪਾਪ ਹੈ। ਕਈ ਜਨਮ ਤੋਂ ਪਹਿਲਾਂ ਕੁੱਖ ਵਿੱਚ ਹੀ ਮਾਰ ਦਿੰਦੇ ਆ, ਤੇ ਕਈ ਜਨਮ ਤੋਂ ਬਾਅਦ ਵੀ ਕਈ ਵਾਰੀ ਆਉਂਦਾ ਅਖਬਾਰਾਂ ਦੇ ਵਿੱਚ ਵੀ ਕਿ ਉਸ ਥਾਂ ਤੋਂ ਛੋਟੀ ਜੀ ਬੱਚੀ ਮਿਲੀ, ਉਸ ਥਾਂ ਤੋਂ ਛੋਟੀ ਜੀ ਬੱਚੀ ਮਿਲੀ ਹੈ, ਤੇ ਉਸ ਤਰ੍ਹਾਂ ਹੀ ਸੁੱਟ ਦਿੰਦੇ ਆ। ਫਿਰ ਬਾਅਦ ਵਿੱਚ ਵੀ ਕਈ ਵੇਚ ਦਿੰਦੇ ਆ। ਇਹ ਰਹਿਤ ਨਾਮਿਆਂ ਦੇ ਵਿੱਚ ਵੀ ਕਲਗੀਧਰ ਪਾਤਸ਼ਾਹ ਜੀ ਨੇ ਬਚਨ ਕਹੇ, ਮਹਾਰਾਜ ਸਾਹਿਬ ਜੀ ਨੇ ਬਚਨ ਕੀਤੇ ਕਿ ਜਿਹੜਾ ਕੰਨਿਆਂ ਨੂੰ ਮਾਰਦਾ ਹੈ ਔਰ ਧੀ ਭੈਣ ਨੂੰ ਵੇਚਦਾ ਹੈ ਤੇ ਧੀ ਭੈਣ ਦਾ ਪੈਸਾ ਖਾਂਦਾ ਹੈ, ਮਹਾਰਾਜ ਕਹਿੰਦੇ ਉਹਨੂੰ ਨਰਕਾਂ ਨੂੰ ਜਾਣਾ ਪਵੇਗਾ, ਉਹ ਸਾਡਾ ਸਿੱਖ ਨਹੀਂ ਹੈ। ਐਸੇ ਬਚਨ ਆਉਂਦੇ ਆ ਰਹਿਤਨਾਮਿਆਂ ਦੇ ਵਿੱਚ। ਫਿਰ ਸਾਧ ਸੰਗਤ ਜੀ,
ਜਿਹਦਾ ਜੀਵਨ ਉੱਚਾ ਨਹੀਂ ਹੈ, ਆਚਰਨ ਉੱਚਾ ਨਹੀਂ ਹੈ, ਚੰਗਾ ਨਹੀਂ ਹੈ, ਉਹਦਾ ਧਾਨ ਖਾਣਾ ਇਹ ਵੀ ਪਾਪ ਹੈ। ਤਾਂ ਇਹ 4 ਪ੍ਰਕਾਰ ਦੇ ਜਿਹੜੇ ਕਿਲਵਿਖ ਹਨ, ਪਾਪ ਹਨ। ਹੋਰ ਵੀ ਕਈ ਤਰ੍ਹਾਂ ਦੇ ਪਾਪਾਂ ਦਾ ਜ਼ਿਕਰ ਆਉਂਦਾ ਹੈ। ਇਹ ਵਜਰ ਕਰੈਤਾਂ ਜੋ ਹਨ, ਇਹ ਵੀ ਸਾਧ ਸੰਗਤ ਜੀ ਵੱਡੇ ਕਿਲਵਿਖੀ ਹੈ, ਇਹ ਵੀ ਪਾਪ। 5 ਕਕਾਰਾਂ ਦੀ ਰਹਿਤ ਸਾਨੂੰ ਸਤਿਗੁਰੂ ਜੀ ਨੇ ਦਿੱਤੀ ਹੈ। 5 ਕਕਾਰਾਂ ਵਿੱਚ ਸਭ ਤੋਂ ਪਹਿਲਾ ਕਕਾਰ ਕੇਸ ਹੈ। ਕੇਸ, ਕੰਘਾ, ਕੜਾ, ਕਿਰਪਾਨ, ਕਸ਼ਹਿਰਾ, ਇਹ 5 ਕਕਾਰ ਗੁਰਸਿੱਖ ਮਾਈ ਭਾਈ ਨੇ ਧਾਰਨ ਕਰਕੇ ਰੱਖਣੇ। 5 ਕਕਾਰਾਂ ਦੀ ਰਹਿਤ ਰੱਖਣੀ। ਫਿਰ ਕੁਰੈਤਾਂ ਦੇ ਵਿੱਚ ਕੇਸਾਂ ਦੀ ਬੇਅਦਬੀ ਨੂੰ ਹਜਾਮਤ ਕਰਕੇ ਲਿਖਿਆ ਹੈ ਵੀ ਸਿੱਖ ਮਾਈ ਭਾਈ ਕੇਸਾਂ ਦੀ ਹਜਾਮਤ ਨਹੀਂ ਕਰ ਸਕਦਾ, ਕੇਸਾਂ ਦੀ ਬੇਅਦਬੀ ਨਹੀਂ ਕਰ ਸਕਦਾ। ਜੇ ਕੋਈ ਕਰਦਾ ਹੈ ਤੇ ਉਹ ਫਿਰ ਕੁਰੈਤ ਕਰਦਾ ਹੈ, ਉਹ ਕੁਰੈਤੀਆ ਹੈ। ਤੰਬਾਕੂ ਨੂੰ ਵਰਤਣਾ ਇਹ ਕੁਰੈਤ ਹੈ। ਕੇਸਾਂ ਦੀ ਬੇਅਦਬੀ ਕਰਨੀ ਕੁਰੈਤ ਹੈ। ਪਰਾਇਆ ਸੰਗ ਕਰਨਾ, ਵਿਭਚਾਰ ਕਰਨਾ, ਪਰ ਇਸਤਰੀ ਗਮਨ, ਪਰ ਪੁਰਸ਼ ਗਮਨ, ਇਹ ਕੁਰੈਤ ਹੈ। ਇਸੇ ਤਰ੍ਹਾਂ ਸੋ ਹਲਾਲ ਮਾਸ ਆਦਿਕ ਖਾਣਾ ਇਹ ਕੁਰੈਤ ਹੈ। ਸ਼ਰਾਬ ਪੀਣੀ ਕੁਰੈਤ ਹੈ। ਤਾਂ ਇਹ ਕੁਰੈਤਾਂ ਦਾ ਤਿਆਗ ਗੁਰੂ ਸਾਹਿਬ ਜੀ ਨੇ ਕਰਵਾਇਆ। ਹੁੱਕਾ, ਹਜਾਮਤ, ਹਲਾਲੋ, ਹਰਾਮ, ਤਾਂ ਇਹ ਵੱਜਰ ਪਾਪ ਹਨ। ਮਹਾਰਾਜ ਸਾਹਿਬ ਜੀ ਕਹਿੰਦੇ ਹਰ ਨਾਮਾ ਆਰਾਧ ਮਨ ਸਭ ਕਿਲ ਵਿਖ ਜਾਹੇ ਵਿਕਾਰ। ਜਦੋਂ ਗੁਰੂ ਕੀ ਸ਼ਰਨ ਵਿੱਚ ਪੈ ਕੇ ਗੁਰੂ ਕੀ ਸਿੱਖੀ ਧਾਰਨ ਕਰਕੇ ਮਨਾ ਤੂੰ ਵਾਹਿਗੁਰੂ ਦੇ ਨਾਮ ਦੀ ਆਰਾਧਨਾ ਕਰੇਗਾ, ਫਿਰ ਤੇਰੇ ਸਾਰੇ ਜਿਹੜੇ ਕਿਲ ਵਿਖ ਪਾਪ ਤੇ ਤੇਰੇ ਵਿਕਾਰ ਉਹ ਸਾਰੇ ਨਿਵਰਤ ਹੋ ਜਾਣਗੇ, ਚਲੇ ਜਾਣ। ਕੁਰੈਤੀਆ ਉਦੋਂ ਬਖਸ਼ਿਆ ਜਾਂਦਾ ਹੈ ਜਦੋਂ 5 ਪਿਆਰਿਆਂ ਦੇ ਪੇਸ਼ ਹੋ ਕਰਕੇ ਤੇ ਦੁਬਾਰਾ ਆਪਣੀ ਸੁਧਾਈ ਕਰਾਉਂਦਾ ਹੈ। 5 ਪਿਆਰਿਆਂ ਦੁਆਰਾ ਲੱਗੀ ਹੋਈ ਸੇਵਾ ਤਨਖਾਹ ਉਹਨੂੰ ਪੂਰੀ ਕਰਦਾ ਹੈ ਤੇ ਫਿਰ ਗੁਰੂ ਸਾਹਿਬ ਜੀ ਉਸ ਨੂੰ ਬਖਸ਼ਦੇ ਆ। ਜਿੰਨਾ ਚਿਰ ਉਹ 5 ਪਿਆਰਿਆਂ ਦੇ ਹਾਜ਼ਰ ਨਹੀਂ ਹੁੰਦਾ ਉਹਨਾਂ ਚਿਰ ਬਖਸ਼ਿਆ ਨਹੀਂ ਜਾਂਦਾ, ਜੋ ਮਹਾਰਾਜ ਨੇ ਮਰਿਆਦਾ ਦਿੱਤੀ। ਇਸ ਕਰਕੇ ਪਾਪ ਵੱਡੇ ਤੋਂ ਵੱਡੇ ਪਾਪ ਮਹਾਰਾਜ ਕਹਿੰਦੇ ਬਖਸ਼ੇ ਜਾਂਦੇ ਆ, ਪਰ ਬਖਸ਼ੇ ਉਦੋਂ ਜਾਂਦੇ ਆ ਜਦੋਂ ਅੱਗੇ ਵਾਸਤੇ ਕੰਨਾਂ ਨੂੰ ਹੱਥ ਲਾ ਕੇ ਤੌਬਾ ਕਰਦਾ ਵਾ। ਅੱਗੇ ਵਾਸਤੇ ਵੀ ਮਹਾਰਾਜ ਪਾਪ ਨਹੀਂ ਕਰਾਂਗਾ ਤੇ ਹੁਣ ਇੱਕ ਵਾਰੀ ਬਖਸ਼ ਲਓ, ਤੇ ਗੁਰੂ ਕੀ ਸਿੱਖੀ ਧਾਰਨ ਕਰਕੇ ਨਾਮ ਜਪਣਾ ਆਰੰਭ ਕਰਦਾ ਹੈ ਤੇ ਫਿਰ ਸਤਿਗੁਰੂ ਜੀ ਬਖਸ਼ ਦਿੰਦੇ ਆ। ਸਤਿਗੁਰਾਂ ਵਿੱਚ ਹੀ ਇਹ ਸਮਰੱਥਾ ਵਾ ਬਖਸ਼ਣ ਵਾਲੀ, ਉਸ ਤਰ੍ਹਾਂ ਨਹੀਂ ਬਖਸ਼ੇ ਜਾਂਦੇ। ਜਦੋਂ ਗੁਰੂ ਕੀ ਸ਼ਰਨੀ ਪੈ ਕੇ ਤਰਲੇ ਪਾਉਂਦਾ, ਪਿਛਲੇ ਔਗਣ ਬਖਸ਼ ਲਏ ਪ੍ਰਭ ਆਗੇ ਮਾਰਗ ਪਾਵੇ, ਫਿਰ ਮਹਾਰਾਜ ਵੱਡੇ ਤੋਂ ਵੱਡੇ ਪਾਪ ਵੀ ਬਖਸ਼ ਦਿੰਦੇ। ਪਰ ਜੇ ਬਖਸ਼ਾ ਕੇ ਤੇ ਆਖੇ ਵੀ ਹੁਣ ਇੱਕ ਵਾਰੀ ਬਖਸ਼ਾ ਲਏ ਚਲੋ ਫੇਰ ਕਰ ਲੈਂਦੇ ਆ, ਫਿਰ ਵਾਰ-ਵਾਰ ਨਹੀਂ ਮਹਾਰਾਜ ਬਖਸ਼ਦੇ। ਵੀ ਇੱਕ ਵਾਰੀ ਚਲੋ ਬਖਸ਼ੇ ਗਏ ਆ ਤੇ ਫੇਰ ਕੁਰੈਤਾਂ ਕਰ ਲੈਂਦੇ ਆ, ਫੇਰ ਕੁਰੀਤੀਆਂ ਕਰ ਲੈਂਦੇ ਤੇ ਫੇਰ 5 ਪਿਆਰਿਆਂ ਤੋਂ ਕਹਿੰਦੇ ਕਿੰਨਾ ਕੁ ਔਖਾ ਹੈ ਬਖਸ਼ਾਉਣਾ, ਫੇਰ ਅੰਮ੍ਰਿਤ ਛਕ ਲਾਂਗੇ। ਜੇ ਇਸ ਤਰ੍ਹਾਂ ਦੀ ਭਾਵਨਾ ਪੈਦਾ ਹੋ ਜਾਵੇ ਤੇ ਫਿਰ ਮਹਾਰਾਜ ਕਹਿੰਦੇ ਵੀ ਫਿਰ ਨਹੀਂ ਬਖਸ਼ੇ ਜਾਂਦੇ। ਉਂਝ ਮਹਾਰਾਜ ਨੇ ਵੱਡੇ ਵੱਡੇ ਪਾਪੀ ਬਖਸ਼ੇ ਆ, ਗਣਕਾਂ ਨੂੰ ਬਖਸ਼ਿਆ, ਅਜਾਮਲ ਨੂੰ ਬਖਸ਼ਿਆ। ਤੇ ਭਾਈ ਗੁਰਦਾਸ ਸਾਹਿਬ ਜੀ ਨੇ ਜਿੱਥੇ ਇਹਨਾਂ ਸਾਰਿਆਂ ਦਾ ਜ਼ਿਕਰ ਕੀਤਾ, ਮਹਾਰਾਜ ਸਾਹਿਬ ਨੇ ਜ਼ਿਕਰ ਕੀਤਾ ਤੇ ਨਾਲ ਇਹ ਵੀ ਕਹਿ ਦਿੱਤਾ ਵੀ ਜੇ ਗਣਕਾਂ ਦਾ ਉਧਾਰ ਹੋ ਗਿਆ ਨਾ ਤੇ ਇਹਦਾ ਇਹ ਨਹੀਂ ਭਾਵ ਵੀ ਗਣਕਾਂ ਵਾਲਾ ਕੰਮ ਸ਼ੁਰੂ ਕਰ ਲਓ। ਜੇ ਉਸ ਵੇਸਵਾ ਦਾ ਉਧਾਰ ਕਰ ਦਿੱਤਾ ਮਹਾਰਾਜ ਨੇ ਤੇ ਇਹਦਾ ਭਾਵ ਇਹ ਨਹੀਂ ਵੀ ਵੇਸਵਾ ਬਣ ਜਾਓ, ਬਖਸ਼ ਤਾਂ ਦੇਣਾ ਹੀ ਹੈ ਮਹਾਰਾਜ ਨੇ। ਵੀ ਜੇ ਅਜਾਮਲ ਦਾ ਉਧਾਰ ਕਰ ਦਿੱਤਾ ਵੀ ਉਹ ਏਡਾ ਵੱਡਾ ਪਾਪ ਕਰਨ ਵਾਲਾ ਸੀ, ਜੇ ਉਹਨੂੰ ਬਖਸ਼ ਦਿੱਤਾ ਤੇ ਸਤਿਗੁਰੂ ਕਹਿੰਦੇ ਉਹਦੇ ਤੋਂ ਇਹ ਸਿੱਖਿਆ ਲੈ ਕੇ ਨਹੀਂ ਚੱਲਣਾ ਚਾਹੀਦਾ ਵੀ ਜੇ ਅਜਾਮਲ ਬਖਸ਼ ਦਿੱਤਾ ਵਾ ਤੇ ਕੋਈ ਨਹੀਂ ਆਪਾਂ ਵੀ ਅਜਾਮਲ ਜਿੰਨੇ ਪਹਿਲੋਂ ਪਾਪ ਕਰੀਏ ਫਿਰ ਬਖਸ਼ੇ ਜਾਵਾਂਗੇ। ਕਹਿੰਦੇ ਨਹੀਂ, ਗਣਕਾ ਬਖਸ਼ੀ ਜਾਣ ਕੇ ਗਣਕਾ ਉਧਰੀ ਜਾਣ ਕੇ ਪਰ ਘਰ ਜਾਏ ਨਾ ਲਈਏ ਪੰਗਾ। ਫਿਰ ਪਰਾਏ ਘਰਾਂ ਵਿੱਚ ਜਾ ਕੇ ਕੁਰੀਤੀ ਨਹੀਂ ਕਰਨੀ ਚਾਹੀਦੀ। ਇਹ ਜ਼ਰੂਰੀ ਨਹੀਂ ਕਿ ਜੇ ਉਹ ਬਖਸ਼ੀ ਗਈ ਹੈ ਤੇ ਤੁਹਾਨੂੰ ਵੀ ਭਾਈ ਸਮਾਂ ਮਿਲ ਜਾਵੇਗਾ ਉਹਨਾਂ ਵੀ ਆਪਾਂ ਵੀ ਬਖਸ਼ਣ, ਕੀ ਪਤਾ ਉਹਨਾਂ ਸਮਾਂ ਮਿਲਣਾ ਹੈ ਕਿ ਨਹੀਂ ਮਿਲਣਾ। ਇਸ ਕਰਕੇ ਇਸ ਖਿਆਲ ਵਿੱਚ ਕਹਿੰਦੇ ਨਹੀਂ ਪੈਣਾ ਚਾਹੀਦਾ।
ਮਹਾਰਾਜ ਸਾਹਿਬ ਜੀ ਵੱਡੇ ਤੋਂ ਵੱਡੇ ਪਾਪੀ ਬਖਸ਼ ਦਿੰਦੇ ਆ, ਪਰ ਜਦੋਂ ਗੁਰੂ ਕੀ ਸ਼ਰਨ ਵਿੱਚ ਪੈ ਜਾਣ ਤੇ ਅੱਗੇ ਤੋਂ ਫਿਰ ਮਹਾਰਾਜ ਸਾਹਿਬ ਤੋਂ ਮਾਫੀ ਮੰਗ ਕੇ ਵੀ ਮਹਾਰਾਜ ਅੱਗੇ ਵਾਸਤੇ ਹੁਣ ਕਿਰਪਾ ਕਰਕੇ ਬਚਾ ਰੱਖਿਓ ਮੇਰਾ, ਅੱਗੇ ਵਾਸਤੇ ਮੈਨੂੰ ਆਪਣੇ ਸ਼ਬਦ ਨਾਲ ਜੋੜ ਕੇ ਰੱਖਿਓ, ਅੱਗੇ ਵਾਸਤੇ ਆਪਣੀ ਚਰਨ ਸ਼ਰਨ ਵਿੱਚ ਰੱਖਿਓ। ਤੇ ਪਿਛਲੇ ਸਾਰੇ ਕਿਲ ਵਿਖ ਵਿਕਾਰ ਜਿਹੜੇ ਉਹ ਮਹਾਰਾਜ ਖਤਮ ਕਰ ਦਿੰਦੇ ਹਨ। ਗਰੀਬ ਨਵਾਜ ਕਹਿੰਦੇ ਵਾਹਿਗੁਰੂ ਦੀ ਆਰਾਧਨਾ ਕਰਨ ਨਾਲ ਸਭ ਚਲੇ ਜਾਂਦੇ ਹਨ। ਸਾਰੇ ਦਾਤ ਤਾਂ ਭਾਗਾਂ ਦੇ ਕਰਕੇ ਹੀ ਮਿਲਦੀ ਹੈ, ਜਿਨ੍ਹਾਂ ਤੋਂ ਪੂਰਬਲੇ ਭਾਗਾਂ ਵਿੱਚ ਜਿਨ੍ਹਾਂ ਦੇ ਧੁਰ ਤੋਂ ਲਿਖਿਆ ਹੋਇਆ ਹੈ। ਉਹਨਾਂ ਦੇ ਭਾਈ ਹਿਰਦੇ ਅੰਦਰ ਨਿਰੰਕਾਰ ਦਾ ਰੰਗ ਲੱਗਾ ਹੈ, ਨਿਰੰਕਾਰ ਦਾ ਪ੍ਰੇਮ ਲੱਗਾ ਹੈ। ਜਿਨ੍ਹਾਂ ਨੂੰ ਨਿਰੰਕਾਰ ਦਾ ਰੰਗ ਲੱਗ ਗਿਆ ਨਾ, ਅਕਾਲ ਪੁਰਖ ਵਾਹਿਗੁਰੂ ਦਾ ਪ੍ਰੇਮ ਲੱਗ ਗਿਆ ਜਿਨ੍ਹਾਂ ਨੂੰ, ਉਹਨਾਂ ਜੀਵਾਂ ਨੇ ਫਿਰ ਮਾਇਆ ਦਾ ਸੁਆਵੜਾ, ਮਾਇਆ ਦੇ ਸਵਾਰਥ ਛੱਡ ਦਿੱਤੇ। ਮਾਇਆ ਦਾ ਜਿਹੜਾ ਕੋਝਾ ਜਿਹਾ ਸਵਾਦ ਹੈ ਨਾ, ਉਹ ਛੱਡ ਦਿੱਤਾ ਹੈ। ਉਹ ਮਾਇਆ ਦੇ ਸਵਾਦ ਵਿੱਚ ਨਹੀਂ ਪਏ, ਮਾਇਆ ਦੇ ਸਵਾਰਥ ਵਿੱਚ ਉਹ ਨਹੀਂ ਪਏ, ਉਹਨਾਂ ਨੇ ਛੱਡ ਦਿੱਤਾ ਮਾਇਆ ਦਾ ਸਵਾਰਥ। ਉਹਨਾਂ ਨੇ ਫਿਰ ਨਾਮ ਰੂਪੀ ਧਨ ਇਕੱਠਾ ਕੀਤਾ। ਧਰਮ ਦੀ ਕਿਰਤ ਕਰਦੇ ਆ, ਮਾਇਆ ਵੀ ਉਹਨਾਂ ਕੋਲ ਹੈ ਖਰਚਣ ਖਰਚਾਉਣ ਜੋਗੀ, ਪਰ ਉਹਨਾਂ ਨੇ ਅਸਲ ਧਨ ਜਿਹੜਾ ਉਹ ਇਕੱਠਾ ਕੀਤਾ ਹੈ। ਧਨ ਸੰਚਿਆ ਨਾਮ, ਨਾਮ ਉਹਨਾਂ ਨੇ ਨਾਮ ਰੂਪੀ ਧਨ ਇਕੱਠਾ ਕੀਤਾ ਹੈ ਅਪਾਰ ਬੇਅੰਤ ਪਰਮੇਸ਼ਰ ਦਾ, ਜਿਸ ਵਾਹਿਗੁਰੂ ਦਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ, ਜਿਸ ਦੇ ਨਾਮ ਦਾ ਵੀ ਪਾਰਾਵਾਰ ਨਹੀਂ ਪਾਇਆ ਜਾ ਸਕਦਾ, ਉਹ ਨਾਮ ਰੂਪੀ ਧਨ ਨੂੰ ਉਹਨਾਂ ਨੇ ਇਕੱਠਾ ਕੀਤਾ ਗੁਰਮੁਖਾਂ ਨੇ। ਫਿਰ ਉਹ ਅੱਠੇ ਪੈਰ ਹੀ ਇੱਕ ਵਾਹਿਗੁਰੂ ਜੀ ਦੀ ਲਿਵ ਦੇ ਵਿੱਚ ਜੁੜੇ ਰਹਿੰਦੇ ਹਨ। ਅੱਠੇ ਪੈਰ ਉਹਨਾਂ ਦੇ ਅੰਦਰ ਨਾਮ ਦੀ ਰੌਂ ਚੱਲਦੀ ਹੈ, ਪ੍ਰਭੂ ਦੀ ਲਿਵ ਲੱਗੀ ਰਹਿੰਦੀ ਹੈ। ਤੇ ਉਹਨਾਂ ਨੇ ਅਪਾਰ ਵਾਹਿਗੁਰੂ ਜੀ ਦੇ ਹੁਕਮ ਨੂੰ ਮੰਨਣਾ ਕੀਤਾ। ਅੱਠੇ ਪੈਰ, ਅੱਠੇ ਪੈਰ ਹੀ ਉਹ ਵਾਹਿਗੁਰੂ ਜੀ ਦੇ ਹੁਕਮ ਨੂੰ ਮੰਨਦੇ ਆ, ਜਿਸ ਪ੍ਰਭੂ ਦਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ, ਜਿਸ ਦੇ ਹੁਕਮ ਦਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ। ਮਹਾਰਾਜ ਕਹਿੰਦੇ ਅਸੀਂ ਤਾਂ ਜਨ, ਹੇ ਵਾਹਿਗੁਰੂ ਜੀ, ਆਪ ਜੀ ਤੋਂ ਇੱਕੋ ਹੀ ਦਾਨ ਮੰਗਦੇ ਹਾਂ। ਆਪ ਕਿਰਪਾ ਕਰਕੇ ਇੱਕ ਦਾਨ ਦਿਓ ਜੀ। ਉਹ ਕਿਹੜਾ ਹੈ? ਕਿ ਸਾਨੂੰ ਆਪਣਾ ਦਰਸ਼ਨ ਦਿਓ ਜੀ। ਸਾਡੇ ਮਨ ਵਿੱਚ ਆਪ ਜੀ ਦੇ ਦਰਸ਼ਨਾਂ ਦਾ ਪਿਆਰ ਲੱਗਾ ਹੋਇਆ ਹੈ। ਇਹ ਦਰਸ਼ਨਾਂ ਦਾ ਪਿਆਰ ਸਦਾ ਬਣਿਆ ਰਵੇ ਤੇ ਆਪ ਜੀ ਸਦਾ ਆਪਣੇ ਦਰਸ਼ਨ ਬਖਸ਼ੋ। ਇੱਕੋ ਹੀ ਦਾਨ ਆਪ ਜੀ ਦੇ ਦਰਸ਼ਨਾਂ ਦਾ ਮੰਗਦੇ ਨੇ। ਇਹ ਸਭ ਤੋਂ ਉੱਤਮ ਦਾਨ ਹੈ। ਵਾਹਿਗੁਰੂ ਜੀ ਦੇ ਦਰਸ਼ਨਾਂ ਦਾ ਦਾਨ, ਵਾਹਿਗੁਰੂ ਜੀ ਦੇ ਨਾਮ ਦਾ ਦਾਨ, ਇਸ ਦਾਨ ਦੇ ਬਰਾਬਰ ਕੋਈ ਦਾਨ ਹੀ ਨਹੀਂ ਹੈ। ਇਹ ਸਭ ਤੋਂ ਸ੍ਰੇਸ਼ਟ ਦਾਨ ਹੈ ਸਾਧ ਸੰਗਤ ਜੀ। ਹਰ ਰੋਜ਼ ਅਸੀਂ ਭਿਖਾਰੀ ਬਣ ਕੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਬੇਨਤੀ ਕਰਦੇ ਹਾਂ ਤੇ ਸਾਨੂੰ ਸਾਡੇ ਬਜ਼ੁਰਗਾਂ ਨੇ ਗੁਰੂ ਸਾਹਿਬ ਦੇ ਦਰ ਦੇ ਭਿਖਾਰੀ ਬਣ ਕੇ ਦਾਨ ਮੰਗਣ ਦੀ ਸਿੱਖਿਆ ਦੱਸੀ ਹੈ ਕਿ ਭਾਈ ਆਹ ਦਾਨ ਮੰਗਿਆ ਕਰੋ ਗੁਰੂ ਸਾਹਿਬ ਜੀ ਦੇ ਪਾਸੋਂ, ਕਿ ਸੱਚੇ ਪਾਤਸ਼ਾਹ ਬਖਸ਼ੋ ਜੀ ਸਾਨੂੰ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹਾ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀਓ ਕੇ ਦਰਸ਼ਨੀ ਇਸ਼ਨਾਨ। ਇਹ ਦਾਨ ਮਹਾਰਾਜ ਬਖਸ਼ੋ। ਤੋ ਨਾਮ ਦਾ ਦਾਨ ਤੇ ਵਾਹਿਗੁਰੂ ਜੀ ਦੇ ਦਰਸ਼ਨਾਂ ਦਾ ਦਾਨ ਸ੍ਰੇਸ਼ਟ ਦਾਨ ਹੈ। ਮਹਾਰਾਜ ਕਹਿੰਦੇ ਇੱਕੋ ਹੀ ਦਾਨ ਮੰਗਦੇ ਆ ਪ੍ਰਭੂ ਜੀ ਆਪ ਜੀ ਦੇ ਪਾਸੋਂ। ਆਪ ਆਪਣੇ ਦਰਸ਼ਨ ਬਖਸ਼ੋ। ਸਾਡੇ ਮਨ ਵਿੱਚ ਪਿਆਰ ਹੈ ਆਪ ਜੀ ਦੇ ਦਰਸ਼ਨਾਂ ਦਾ। ਪੌੜੀ ਵਿੱਚ ਪੰਜਵੇਂ ਪਾਤਸ਼ਾਹ ਬਖਸ਼ਿਸ਼ ਕਰਦੇ। ਛੇਵੀਂ ਪੌੜੀ ਹੈ, हे ਪ੍ਰਭੂ ਜੀ, ਜਿਸ ਨੂੰ ਤੁਸੀਂ ਚੇਤੇ ਆਉਂਦੇ ਹੋ, ਜਿਸ ਦੇ ਚਿੱਤ ਵਿੱਚ ਆਪ ਜੀ ਦੀ ਯਾਦ ਵਸਦੀ ਹੈ, ਤਿਸ ਜੀਵ ਨੂੰ ਸਦਾ ਵਾਸਤੇ ਸੁਖ ਪ੍ਰਾਪਤ ਹੁੰਦਾ ਹੈ। ਜਿਸ ਦੇ ਤਾਈ ਹੈ ਪ੍ਰਭੂ ਤੂੰ ਚੇਤੇ ਆਉਂਦੇ ਹੋ, ਤਿਸ ਜੀਵ ਨੂੰ ਜਮਾਂ ਦਾ ਦੁੱਖ ਨਹੀਂ ਲੱਗਦਾ ਹੈ। हे ਪ੍ਰਭੂ, ਜਿਸ ਨੂੰ ਤੂੰ ਚੇਤੇ ਆਉਂਦਾ ਹੈ, ਉਸ ਜੀਵ ਨੂੰ ਕੀ ਕਾੜਾ ਹੋਣਾ ਹੈ, ਉਸ ਨੂੰ ਕਾਹਦਾ ਝੋਰਾ ਹੋਣਾ ਹੈ। ਉਹ ਨਹੀਂ ਝੋਰਦਾ ਹੈ, ਉਹ ਨਹੀਂ ਚਿੰਤਾ ਵਿੱਚ ਰਹਿੰਦਾ ਹੈ। ਜਿਸ ਦੇ ਅੰਦਰ ਤੁਸੀਂ ਆਉਂਦੇ ਹੋ, ਜਿਸ ਦੇ ਅੰਦਰ ਆਪ ਜੀ ਦੀ ਯਾਦ ਵਸਦੀ ਹੈ,
ਜਿਸ ਦੇ ਅੰਦਰ ਆਪ ਜੀ ਦਾ ਚੇਤਾ ਵਸਦਾ ਹੈ। ਕਿਉਂਕਿ ਸਿਮਰਨ ਤੇ ਸਿਮਰਨ ਦਾ ਮਾਲਕ ਵੱਖਰੇ ਨਹੀਂ। ਜਿੱਥੇ ਸਿਮਰਨ ਹੋਣ ਲੱਗ ਪਵੇ ਉੱਥੇ ਵਾਹਿਗੁਰੂ ਦਾ ਵਾਸਾ ਹੈ। ਜਿੱਥੇ ਨਾਮ ਹੈ, ਜਿੱਥੇ ਪ੍ਰਭੂ ਦੀ ਯਾਦ ਹੈ, ਉੱਥੇ ਇਕੱਲੀ ਯਾਦ ਹੀ ਨਹੀਂ, ਜਿਹਨੂੰ ਯਾਦ ਕੀਤਾ ਜਾਂਦਾ ਉਹ ਆਪ ਉੱਥੇ ਮੌਜੂਦ ਹੈ, ਆਪ ਵਸਦਾ ਹੈ। ਇਸ ਕਰਕੇ ਚੇਤੇ ਵਿੱਚ ਉਹ ਵਾਹਿਗੁਰੂ ਆਪ ਹੈ। ਜਿੱਥੇ ਪ੍ਰਭੂ ਤੁਸੀਂ ਚੇਤੇ ਆਉਂਦੇ ਹੋ, ਉਸ ਜੀਵ ਨੂੰ ਫਿਰ ਕਾਹਦੇ ਕਾੜੇ ਝੋਰੇ ਹਨ। ਉਹ ਕੋਈ ਕਾੜਾ ਝੋਰਾ ਨਹੀਂ ਕਰਦਾ ਹੈ। ਜਿਸ ਦਾ ਕਰਤਾ ਮਿੱਤਰ, ਜਿਸ ਦਾ ਹੈ ਕਰਤਾ ਪੁਰਖ ਵਾਹਿਗੁਰੂ ਜੀ ਆਪ ਜੀ ਮਿੱਤਰ ਬਣ ਜਾਂਦੇ ਹੋ। ਸਭ ਕਾਜ ਸਵਾਰਿਆ, ਜਿਹਦਾ ਮਿੱਤਰ ਕਰਤਾ ਬਣ ਗਿਆ, ਕਰਤਾ ਪੁਰਖ ਮਿੱਤਰ ਬਣ ਗਿਆ, ਉਹਦੇ ਫਿਰ ਸਾਰੇ ਕਾਰਜ ਕਰਤੇ ਪੁਰਖ ਨੇ ਆਪ ਹੀ ਸਵਾਰ ਦਿੱਤੇ। ਜਿਵੇਂ ਮਿੱਤਰ ਬਣਿਆ ਕਰਤਾ ਪੁਰਖ ਭਗਤ ਧੰਨੇ ਦਾ, ਤੇ ਭਗਤ ਧੰਨੇ ਜੀ ਦੇ ਸਾਰੇ ਕਾਰਜ ਸਵਾਰ ਦਿੱਤੇ। ਧੰਨਿਆ ਦੱਸ ਕਿਹੜਾ ਕੰਮ ਕਰੀਏ? ਪ੍ਰਭੂ ਨੇ ਆਖਿਆ ਇੰਦ ਮਹਾਰਾਜ ਆ ਖੂਹ ਵੀ ਚਲਾਉਣਾ ਵਾ, ਅਗਾਵਾਂ ਵੀ ਚਾਰਨੀਆਂ ਵਾ, ਨੱਕੇ ਵੀ ਮੋੜਨੇ ਆ, ਸਾਰੇ ਕਾਰਜ ਕੀਤੇ। ਫਿਰ ਤਾਂ ਹੀ ਭਗਤ ਧੰਨਾ ਜੀ ਨੇ ਕਹਿ ਦਿੱਤਾ, ਗੋਪਾਲ ਤੇਰਾ ਯਾਰ ਦਾ ਜੋ ਜਨ ਤੁਮਰੀ ਭਗਤ ਕਰਨ ਤੇ ਤਿੰਨ ਕੇ ਕਾਜ ਸਵਾਰਤਾ। ਜਿਹੜੇ ਪ੍ਰਭੂ ਆਪ ਜੀ ਦੀ ਭਗਤੀ ਕਰਦੇ ਉਹਨਾਂ ਦੇ ਆਪ ਸਾਰੇ ਕਾਰਜ ਸਵਾਰਦੇ। ਕਾਰਜ ਪਰਮੇਸ਼ਰ ਹੀ ਸਵਾਰਦੇ। ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ, ਹਰ ਗੁਰ ਪੂਰਾ ਆਰਾਧਿਆ ਦਰਗਹਿ ਸੱਚ ਖਰੇ। ਜਿਸ ਤੂੰ ਆਵਹਿ ਚਿਤ, ਸੋ ਜਿਸ ਨੂੰ ਹੈ ਪ੍ਰਭੂ ਜੀ ਤੁਸੀਂ ਚੇਤੇ ਆਉਂਦੇ ਹੋ, ਯਾਦ ਆਉਂਦੇ ਹੋ, ਸੋ ਪਰਵਾਨ ਜਨ, ਉਹ ਜਨ ਪ੍ਰਵਾਨ ਹੋ ਜਾਂਦਾ। ਉਹਦਾ ਆਉਣਾ ਸੰਸਾਰ ਤੇ ਪ੍ਰਵਾਨ ਦੀ ਕਹੇ, ਉਹਦਾ ਆਉਣਾ ਸਫਲਾ ਹੈ। ਕਿਉਂਕਿ ਜੀਵ ਆਇਆ ਹੀ ਵਾਹਿਗੁਰੂ ਨੂੰ ਚੇਤੇ ਕਰਨ ਵਾਸਤੇ, ਦੂਜਾ ਕੰਮ ਹੀ ਕਰਨ ਕੋਈ ਨਹੀਂ ਆਇਆ। ਜੇ ਮਨੁੱਖਾ ਜਨਮ ਮਿਲਿਆ ਸੰਸਾਰ ਤੇ ਆਇਆ ਹੈ ਤੇ ਵਾਹਿਗੁਰੂ ਨੂੰ ਚੇਤੇ ਕਰਨ ਵਾਸਤੇ ਆਇਆ, ਤੇ ਚੇਤਾ ਸ਼ਕਤੀ ਵੀ ਇਸੇ ਨੂੰ ਹੀ ਦਿੱਤੀ ਹੈ। ਮਨ ਬੁੱਧ ਚਿੱਤ ਇਹ ਮਨੁੱਖ ਦੇ ਅੰਦਰ ਹੀ ਵਾਹਿਗੁਰੂ ਨੇ ਪਾਇਆ ਹੈ। ਇਹਨੂੰ ਹੀ ਅਕਲ ਦਿੱਤੀ ਹੈ 84 ਲੱਖ ਜੂਨ ਦੇ ਵਿੱਚ। ਦਿੱਤੀ ਤੇ ਬਾਕੀਆਂ ਨੂੰ ਵੀ ਹੈ, ਪਰ ਇਹਨੂੰ ਵਿਸ਼ੇਸ਼ ਕਰਕੇ ਦਿੱਤੀ ਹੈ। ਇਸੇ ਨੂੰ ਹੀ ਜ਼ਬਾਨ ਦਿੱਤੀ ਹੈ ਅੱਖਰ ਬੋਲਣ ਵਾਸਤੇ। ਇਹੀ ਬੋਲ ਸਕਦਾ ਹੈ ਸਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਜ਼ਬਾਨਾਂ ਤੇ ਪਸ਼ੂਆਂ ਨੂੰ ਵੀ ਦਿੱਤੀਆਂ, ਪੰਛੀਆਂ ਨੂੰ ਵੀ ਦਿੱਤੀਆਂ। ਉਹ ਆਪਣੀ ਆਪਣੀ ਬੋਲੀ ਬੋਲ ਸਕਦੇ ਆ, ਉਹ ਅੱਖਰ ਨਹੀਂ ਬੋਲ ਸਕਦੇ, ਉਹ ਨਾਮ ਨਹੀਂ ਬੋਲ ਸਕਦੇ, ਉਹ ਬਾਣੀ ਨਹੀਂ ਬੋਲ ਸਕਦੇ। ਉਹ ਵੱਖਰੀ ਗੱਲ ਹੈ, ਆਪਣੀ ਬੋਲੀ ਵਿੱਚ ਉਹ ਬੋਲਦੇ ਆ। ਇਹ ਵੀ ਬਾਣੀ 'ਚ ਜ਼ਿਕਰ ਆਇਆ। ਇਹ ਨਾਮ ਜਪਣ ਵਾਲਿਆਂ ਨੂੰ ਸਾਰੇ ਪਾਸਿਓਂ ਨਾਮ ਸੁਣਾਈ ਦਿੱਤਾ। ਪਰ ਜਿਸ ਤਰੀਕੇ ਨਾਲ ਬੰਦਾ ਬੋਲ ਸਕਦਾ, ਇਨਸਾਨ ਬੋਲ ਸਕਦਾ, ਇਸ ਤਰ੍ਹਾਂ ਕੋਈ ਨਹੀਂ ਬੋਲ ਸਕਦਾ। ਤਾਂ ਹੀ ਇਹਨੂੰ 84 ਲੱਖ ਜੂਨ ਦਾ ਸਰਦਾਰ ਆਖਿਆ ਹੈ। ਅਵਰ ਜੂਨ ਤੇਰੀ ਪਨਿਹਾਰੀ, ਇਸ ਧਰਤੀ ਮਹਿ ਤੇਰੀ ਸਿੱਖਦਾਰੀ। ਜਿਵੇਂ ਸੰਗਤ ਵਿੱਚ ਮਨੁੱਖ ਆ ਸਕਦਾ ਹੈ, 84 ਲੱਖ ਜੂਨ 'ਚ ਹੋਰ ਕੋਈ ਨਹੀਂ ਆ ਸਕਦਾ। ਜਿਵੇਂ ਗੁਰੂ ਸਾਹਿਬ ਦੇ ਦਰਸ਼ਨ ਕਰ ਸਕਦਾ ਹੈ, ਹੋਰ ਕੋਈ ਨਹੀਂ ਕਰ ਸਕਦਾ। ਇਸ ਕਰਕੇ ਇਹ ਮਨੁੱਖਾ ਜਨਮ ਮਾਰੇ ਕਹਿੰਦੇ ਪ੍ਰਾਪਤੀ ਤਾਂ ਹੋਇਆ ਹੈ, ਇਹ ਆਇਆ ਹੀ ਬਾਣੀ ਸੁਣਨ ਵਾਸਤੇ, ਨਾਮ ਸੁਣਨ ਵਾਸਤੇ, ਨਾਮ ਜਪਣ ਵਾਸਤੇ, ਬਾਣੀ ਜਪਣ ਵਾਸਤੇ। ਆਇਓ ਸੁਣਨ ਪੜਨ ਕਉ ਬਾਣੀ, ਨਾਮ ਵਿਸਾਰ ਲੱਗਹਿ ਅਨ ਲਾਲਚ, ਬਿਰਥਾ ਜਨਮ ਪ੍ਰਾਣੀ। ਮਹਾਰਾਜ ਸਾਹਿਬ ਕਹਿੰਦੇ ਉਹਦਾ ਆਉਣਾ ਪ੍ਰਵਾਨ ਹੈ। ਆਇਆ ਸਫਲ ਤਾਹੂ ਕਉ ਗਣੀਐ, ਜਾਸ ਰਸਨ ਹਰ ਹਰ ਜਸ ਭਣੀਐ। ਜਿਸ ਨੇ ਰਸਨਾ ਤੋਂ ਨਾਮ ਉਚਾਰਿਆ ਉਹਦਾ ਆਉਣਾ ਸਫਲਾ ਹੈ। ਜਿਸ ਨੇ ਆ ਕੇ ਨਾਮ ਹੀ ਨਹੀਂ ਜਪਿਆ, ਮਹਾਰਾਜ ਕਹਿੰਦੇ ਉਹ ਤਾਂ ਆਇਆ ਹੀ ਕਾਹਦੇ ਵਾਸਤੇ, ਉਹਦਾ ਤੇ ਆਉਣਾ ਹੀ ਨਹੀਂ ਇਸ ਕੋਲ। ਜਿਨੀ ਐਸਾ ਹਰ ਨਾਮ ਨਾ ਚੇਤਿਓ, ਸੇ ਕਾਹੇ ਜਾਗੇ ਆਏ ਰਾਮ ਰਾਜੇ। ਇਹੋ ਮਾਨਸ ਜਨਮ ਦੁਲੰਭ ਹੈ, ਨਾਮ ਬਿਨਾ ਬਿਰਥਾ ਸਭ ਜਾਏ। ਹੁਣ ਵੱਤੈ ਹਰ ਨਾਮ ਨਾ ਬੀਜਿਓ, ਅੱਗੇ ਭੁੱਖਾ ਕਿਆ ਖਾਏ। ਮਨ ਮੁਖਾਂ ਨੂੰ ਫਿਰ ਜਨਮ ਹੈ, ਨਾਨਕ ਹਰ ਪਾਏ। ਜਿਹੜਾ ਆਇਆ ਹੈ ਔਰ ਜਿਸ ਨੇ ਚੇਤੇ ਕੀਤਾ ਹੈ ਪ੍ਰਭੂ ਦੇ ਨਾਮ ਨੂੰ, ਉਸੇ ਦਾ ਹੀ ਆਉਣਾ ਪ੍ਰਵਾਨ ਹੈ। ਉਹ ਜਨ ਸੇਵਕ ਪ੍ਰਵਾਨ ਹੈ। ਜਿਸ ਤੂੰ ਆਵਹਿ ਚਿਤ, ਇਹ ਪ੍ਰਭੂ ਜਿਸ ਨੂੰ ਤੁਸੀਂ ਚੇਤੇ ਆਉਂਦੇ ਹੋ, ਉਸ ਜੀਵਨ ਦੇ ਪਾਸ ਤਾਂ ਬਹੁਤਾ ਨਾਮ ਧਨ ਹੈ। ਉਸ ਨੇ ਬਹੁਤਾ ਨਾਮ ਧਨ ਇਕੱਤਰ ਕੀਤਾ ਹੈ। ਜਿਸ ਨੂੰ ਵਾਹਿਗੁਰੂ ਤੁਸੀਂ ਯਾਦ ਆਉਂਦੇ ਹੋ, ਉਹ ਵੱਡੇ ਪਰਿਵਾਰ ਵਾਲਾ ਹੈ। ਸ਼ੁਭ ਗੁਣਾ ਰੂਪੀ ਉਹਦਾ ਪਰਿਵਾਰ ਬਹੁਤ ਵੱਧ ਗਿਆ। ਦੈਵੀ ਸੰਪਦਾ ਰੂਪੀ ਉਹਦਾ ਵੱਡਾ ਪਰਿਵਾਰ ਹੈ। ਅਥਵਾ ਉਹਦੇ ਸੱਜਣ ਮਿੱਤਰ
ਉਹਦੇ ਨਾਲ ਪ੍ਰੇਮ ਕਰਨ ਵਾਲੇ ਸੰਸਾਰ ਵਿੱਚ ਬਹੁਤੇ ਹਨ। ਉਹ ਸਾਰਾ ਉਹਦਾ ਵੱਡਾ ਹੀ ਪਰਿਵਾਰ ਹੈ, ਸਾਰੇ ਉਸ ਨਾਲ ਪ੍ਰੇਮ ਕਰਦੇ, ਮੁਹੱਬਤ ਕਰਦੇ, ਉਹਦਾ ਵੱਡਾ ਪਰਿਵਾਰ ਹੈ ਸੰਸਾਰ ਵਿੱਚ। ਜਿਸ ਗੁਰੂ ਆਵਹਿ ਚਿਤ ਜਿਸ ਦੇ ਚਿੱਤ ਵਿੱਚ ਹੈ ਵਾਹਿਗੁਰੂ ਜੀ ਤੁਸੀਂ ਆਉਂਦੇ ਹੋ, ਜਿਸ ਦੇ ਅੰਦਰ ਆਪ ਜੀ ਦੀ ਯਾਦ ਵਸਦੀ ਹੈ, ਆਪ ਜੀ ਦਾ ਸਿਮਰਨ ਵਸਦਾ ਹੈ। ਤਿਨ ਕੋਲ ਉਧਾਰਿਆ ਮਹਾਰਾਜ ਕਹਿੰਦੇ ਤਿਸ ਨੇ ਆਪਣੀ ਕੁਲ ਦਾ ਵੀ ਉਧਾਰ ਕੀਤਾ, ਉਸਨੇ ਆਪਣੀ ਕੁਲ ਦਾ ਵੀ ਭਲਾ ਕਰ ਲਿਆ ਹੈ। ਜਿਸ ਦੇ ਹਿਰਦੇ ਵਿੱਚ ਆਪ ਜੀ ਦਾ ਨਾਮ ਵਸਦਾ ਹੈ, ਆਪ ਜੀ ਦਾ ਚੇਤਾ ਵਸਦਾ ਹੈ, ਉਹ ਆਪ ਤਾਂ ਤਰਿਆ ਹੀ ਹੈ, ਉਹਦੇ ਖਾਨਦਾਨ ਦਾ ਵੀ ਭਲਾ ਹੋਇਆ ਤੇ ਜਿੰਨੇ ਉਹਦੇ ਸੰਪਰਕ ਦੇ ਵਿੱਚ ਆਉਂਦੇ ਉਹਨਾਂ ਦਾ ਵੀ ਭਲਾ ਹੋਇਆ ਹੈ, ਉਹਨਾਂ ਦਾ ਵੀ ਉਸਨੇ ਉਧਾਰ ਕੀਤਾ ਹੈ। ਤੋ ਗਰੀਬ ਨਵਾਜ ਸਤਿਗੁਰੂ ਜੀ ਨੇ 6ਵੀਂ ਪੌੜੀ ਸ਼ਲੋਕਾਂ ਦੇ ਸਹਿਤ ਪਵਿੱਤਰ ਉਪਦੇਸ਼ ਬਖਸ਼ਿਆ। ਸਤਿਗੁਰੂ ਜੀ ਕੀ ਅਗਾਧ ਬੋਧ ਬਾਣੀ ਕੀ ਵਿਚਾਰ ਸਾਂਝੀ ਕਰਦੇ ਹਾਂ। ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਗੁਰ ਸੰਗਤ ਜੀ ਖਿਮਾ ਦੇਣੀ। ਦੇਹੋ ਸੱਜਣ ਅਸੀਸ ਅੜੀਆਂ ਜਿਉ ਹੋਵੇ ਸਾਹਿਬ ਸਿਉ ਮੇਲ। ਜਿਸ ਗੁਰੂ ਆਵਹਿ ਚਿਤ ਸੋ ਬਨ ਪਰਵਾਨਿਆ ਜਿਸ ਤੂੰ ਆਵਹਿ ਚਿਤ ਉਧਾਰਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।